ਖਾਤਰਤਾ ਕੁਤਵਾਰ ਬਹਾਰੈ। ਸਈਆ ਤੋਹੀ ਲੋ ਕੋਪ ਕੀਓ ਮੁਸਲੀ, ਅਰ ਬੀਰ ਤਬੈ ਸੰਗ ਤੀਰ ਪ੍ਰਹਾਰੇ। ਐ ਚਲੀਏ ਇੱਕ ਬਾਰ ਹੀ ਬੈਰਨ, ਪ੍ਰਾਨ ਬਿਨਾ ਕਰ ਭੂ ਪਰ ਡਾਰੇ। ਏਕ ਬਲੀ ਗਏ ਹਾਥਨ ਸੋ, ਛਿਤ ਪੈ ਕਰ ਕੋਪ ਫਿਰਾਏ ਪਛਾਰੇ। ਜੀਵਤ ਜੋ ਬਚੇ ਬਲ ਤੇ, ਰਨ ਤਿਆਗ ਸੋ ਨ੍ਰਿਪ ਤੀਰ ਸਿਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ। ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਗੁਰੂ ਕੀ ਸੰਗਤ ਨੇ ਕੀਤੇ ਹਨ। ਸਤਿਗੁਰੂ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ ਕੇ ਸਾਨੂੰ ਨਿਹਾਲ ਕਰਨ। ਇਸੇ ਵਾਸਤੇ ਆਪਾਂ ਗੁਰੂ ਕੇ ਚਰਨਾਂ 'ਚ ਹਾਜ਼ਰ ਹੋਏ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਹਿਬੇ ਕਮਾਲ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕਲਗੀਧਰ ਪਿਤਾ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਪਾਵਨ ਪਵਿੱਤਰ ਕਲਮ ਦੇ ਨਾਲ ਜੋ ਬਾਣੀ ਵੀਰ ਰਸ ਦੀ ਰਚੀ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਕ੍ਰਿਸ਼ਨਾ ਅਵਤਾਰ ਦੀ ਰਚਨਾ ਕੀਤੀ ਹੈ। 24 ਅਵਤਾਰਾਂ ਦੀ ਕਥਾ ਜੋ ਸਾਧ ਸੰਗਤ ਜੀ ਪੁਰਾਤਨ ਸਮੇਂ 'ਚ ਅਵਤਾਰ ਹੋਏ ਨੇ, ਉਹ ਪਰਮੇਸ਼ਰ ਨੇ ਉਹਨਾਂ ਨੂੰ ਆਪਣੀ ਸ਼ਕਤੀ ਦੇ ਕੇ ਭੇਜਿਆ। ਅਕਾਲ ਪੁਰਖ ਦੀ ਸਾਰੇ ਪਾਸੇ ਖੇਡ ਵਰਤ ਰਹੀ ਹੈ। ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਮਹਾਰਾਜ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਵੀ ਵਰਤਦਾ ਹੈ ਤੇ ਪਰਮੇਸ਼ਰ ਸਰਗੁਣ ਸਰੂਪ ਵਿੱਚ ਵੀ ਵਰਤਦਾ ਹੈ। ਜਿਹੜੇ ਪਰਮੇਸ਼ਰ ਦੇ ਭਗਤ ਹਨ ਉਹਦੇ ਨਿਰਗੁਣ ਸਰਗੁਣ ਸਰੂਪ ਦੀ ਉਪਾਸਨਾ ਕਰਦੇ ਹਨ। ਕਈ ਨਿਰਗੁਣ ਸਰੂਪ ਦੀ ਉਪਾਸਨਾ ਕਰਦੇ ਹਨ, ਕਈ ਸਰਗੁਣ ਸਰੂਪ ਦੀ ਉਪਾਸਨਾ ਕਰਦੇ ਹਨ, ਕਈ ਨਿਰਾਕਾਰ ਸਰੂਪ ਦੀ ਉਪਾਸਨਾ ਕਰਦੇ ਹਨ, ਕਈ ਸਾਕਾਰ ਪਰਮੇਸ਼ਰ ਦੇ ਸਰੂਪ ਦੀ ਉਪਾਸਨਾ ਕਰਦੇ ਹਨ। ਜੈਸੀ ਜੈਸੀ ਉਪਾਸਨਾ ਵੈਸਾ ਵੈਸਾ ਫਲ ਪ੍ਰਾਪਤ ਹੁੰਦਾ ਹੈ। ਯੋਧੇ ਜਿਹੜੇ ਹਨ ਵਾਹਿਗੁਰੂ ਦੀ ਪਰਮੇਸ਼ਰ ਦੀ ਉਪਾਸਨਾ ਯੁੱਧ ਦੇ ਰੂਪ ਵਿੱਚ ਕਰਦੇ ਹਨ, ਦਾਨੀ ਦਾਨ ਦੇ ਰੂਪ ਵਿੱਚ ਕਰਦੇ ਹਨ, ਭਗਤ ਭਗਤੀ ਭਾਵਨਾ ਨਾਲ ਕਰਦੇ ਹਨ। ਵਾਹਿਗੁਰੂ ਦੇ ਪਰਮੇਸ਼ਰ ਦੇ ਸਭੇ ਹੀ ਪਿਆਰੇ ਹਨ। ਸੋ ਸਾਧ ਸੰਗਤ ਜੀ, ਜਿਹੜੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਵਤਾਰ ਧਾਰ ਕੇ ਆਏ ਹਨ, ਸਤਿਗੁਰੂ ਜੀ ਸੂਰਬੀਰਤਾ ਦਾ ਅਵਤਾਰ ਹੋਏ ਹਨ, ਸੂਰਬੀਰਤਾ ਦੇ ਪੁੰਜ ਹੋਏ ਹਨ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਜੀ ਦੀ ਸੁਰਤ ਵਿੱਚ ਹੀ ਸੂਰਬੀਰਤਾ ਬਹਾਦਰੀ ਵਸਦੀ ਸੀ ਤੇ ਉਹਨਾਂ ਦੇ ਸ਼ਬਦਾਂ ਵਿੱਚ ਵੀ ਉਹ ਪ੍ਰਗਟ ਹੋਈ ਹੈ। ਜੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਿਆਂ ਹੋਇਆਂ ਕੋਈ ਵੀ ਪੰਕਤੀ ਪੜ੍ਹੋ, ਕੋਈ ਵੀ ਸ਼ਬਦ ਪੜ੍ਹੋ, ਕੋਈ ਵੀ ਬਾਣੀ ਪੜ੍ਹੋ, ਵਿੱਚੋਂ ਨਾਮ ਦੀਆਂ ਫੁਹਾਰਾਂ ਪੈਂਦੀਆਂ ਹਨ, ਵਿੱਚੋਂ ਨਾਮ ਸਿਮਰਨ ਦਾ ਪ੍ਰਵਾਹ ਚੱਲ ਪੈਂਦਾ। ਆਪੇ ਹੀ ਵਾਹਿਗੁਰੂ 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 ਮੂੰਹ ਤੋਂ ਨਿਕਲਣ ਲੱਗ ਜਾਂਦਾ ਹੈ। ਰੋਮ ਰੋਮ ਵਿੱਚੋਂ ਸਵਾਸ ਸਵਾਸ ਵਿੱਚੋਂ ਵਾਹਿਗੁਰੂ ਦਾ ਜਾਪ ਛਿੜ ਜਾਂਦਾ ਹੈ। ਇਸੇ ਤਰ੍ਹਾਂ ਦਸਮ ਦੀ ਬਾਣੀ ਪੜ੍ਹਦਿਆਂ ਹਰ ਸ਼ਬਦ ਵਿੱਚੋਂ, ਹਰ ਸਵਈਏ ਵਿੱਚੋਂ, ਹਰ ਛੰਦ ਵਿੱਚੋਂ ਘੋੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਹਨ, ਤੀਰਾਂ ਦੀ ਛੜਕਾਰ ਸੁਣਾਈ ਦਿੰਦੀ ਹੈ, ਜੰਗ ਦੇ ਮੈਦਾਨ 'ਚ ਵੱਜ ਰਹੇ ਨਗਾਰੇ, ਰਣ ਸਿੰਘਿਆਂ ਦੀ ਗੂੰਜ, ਯੋਧਿਆਂ ਦੇ ਜੈਕਾਰੇ ਔਰ ਗੋਲੀਆਂ ਤੇ ਬੰਬਾਂ ਦੇ ਵਾਰ ਸੁਣਾਈ ਦਿੰਦੇ ਹਨ, ਢਾਲਾਂ ਤਲਵਾਰਾਂ ਦੇ ਠਣਕਾਰ ਸੁਣਾਈ ਦਿੰਦੇ ਹਨ। ਇਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਵੀਰ ਰਸ ਦਾ ਅਵਤਾਰ ਹੋਏ ਨੇ, ਉਹਨਾਂ ਨੇ ਸੰਸਾਰ ਦੇ ਵਿੱਚ ਇੱਕ ਭਗਤੀ ਦਾ ਵੱਖਰਾ ਤਰੀਕਾ ਦੱਸਿਆ ਕਿ ਸਭ ਤੋਂ ਸ੍ਰੇਸ਼ਟ ਹੈ ਮੈਦਾਨੇ ਜੰਗ ਵਿੱਚ ਸੂਰਮੇ ਦਾ ਜੂਝ ਜਾਣਾ ਤੇ ਭਾਵਨਾ ਭਗਤੀ ਦੇ ਨਾਲ। ਉਹ ਮਹਾਰਾਜ ਜੀ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ। ਉਹਦਾ ਪ੍ਰਯੋਜਨ ਮਹਾਰਾਜ ਦੱਸਦੇ ਨੇ, ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਏ ਪ੍ਰਭ ਧਰਮ ਜੁਧ ਕੇ ਚਾਹੇ। ਮੈਂ ਜੋ ਅਵਤਾਰਾਂ ਦੀ ਕਥਾ, ਦਸਮ ਸਕੰਦ ਦੀ ਕਥਾ ਲਿਖ ਰਿਹਾ ਹਾਂ, ਭਾਗਵਤ ਪੁਰਾਣ ਦੇ 10ਵੇਂ ਸਕੰਦ ਦਾ ਅਨੁਵਾਦ ਕਰ ਰਿਹਾ ਹਾਂ। ਸਤਿਗੁਰੂ ਕਹਿੰਦੇ ਇਹ ਮੈਂ ਕੇਵਲ ਹੋਰ ਕਿਸੇ ਮਨੋਰਥ ਨੂੰ ਲੈ ਕੇ ਨਹੀਂ ਲਿਖ ਰਿਹਾ, ਅਸੀਂ ਇਸ ਨੂੰ ਲਿਖ ਰਹੇ ਹਾਂ
ਵੀ ਸੂਰਮੇ ਪੜ੍ਹ ਕੇ ਧਰਮ ਯੁੱਧ ਦਾ ਚਾਹ ਪੈਦਾ ਕਰਨ, ਉਹਨਾਂ ਦੇ ਮਨ ਵਿੱਚ ਧਰਮ ਯੁੱਧ ਦੀ ਇੱਛਾ ਪੈਦਾ ਹੋਵੇ। ਸੋ ਮਹਾਰਾਜ ਸਾਹਿਬ ਜੀ ਨੇ ਜਿਹੜੀ ਬਾਣੀ ਰਚੀ ਹੈ, ਇਹਦੇ ਵਿੱਚੋਂ ਬੜੇ ਬੜੇ ਮਹਾਨ ਯੋਧੇ, ਬਾਬਾ ਦੀਪ ਸਿੰਘ ਜੀ ਵਰਗੇ, ਬਾਬਾ ਅਕਾਲੀ ਫੂਲਾ ਸਿੰਘ ਜੀ ਵਰਗੇ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਨਵਾਬ ਕਪੂਰ ਸਿੰਘ ਜੀ ਵਰਗੇ ਬੜੇ ਬੜੇ ਬਹਾਦਰ ਯੋਧੇ, ਬਾਬਾ ਸੁਖਾ ਸਿੰਘ ਜੀ, ਮਤਾਬ ਸਿੰਘ ਜੀ ਵਰਗੇ ਲੱਖਾਂ ਹੀ ਸਿੰਘ ਜਿਹੜੇ ਵੈਰੀਆਂ ਨਾਲ ਟੱਕਰ ਲੈ ਗਏ, ਅਬਦਾਲੀਆਂ ਦੇ ਨਾਦਰਾਂ ਦੇ ਮੂੰਹ ਮੋੜ ਦਿੱਤੇ, ਜਿਨ੍ਹਾਂ ਨੇ ਦਿੱਲੀ ਤੇ ਮੁਗਲਾਂ ਦੇ ਤਖਤੇ ਪਲਟਾ ਕੇ ਰੱਖ ਦਿੱਤੇ, ਉਹ ਸਭ ਇਸ ਬਾਣੀ ਦਾ ਹੀ ਕਮਾਲ ਸੀਗਾ। ਉਹ ਇਸ ਬਾਣੀ ਨੂੰ ਪੜ੍ਹ ਕੇ ਕੱਲੇ ਕੱਲੇ ਸਵਾ ਲੱਖ ਨਾਲ ਲੜਨ ਵਾਲੇ ਬਣ ਜਾਂਦੇ ਸਨ। ਸੋ ਜਿਹਦੇ ਵਿੱਚੋਂ ਸਭ ਤੋਂ ਜਿਹੜਾ ਸ਼ਾਹਕਾਰ ਸਤਿਗੁਰੂ ਜੀ ਦੀ ਰਚਨਾ ਹੈ, ਉਹ ਖੜਗ ਸਿੰਘ ਦਾ ਯੁੱਧ। ਜਰਾਸੰਧ ਜਿਹੜਾ ਕ੍ਰਿਸ਼ਨ ਜੀ ਦਾ ਸਹੁਰਾ ਸੀ, ਉਹਦੀ ਕਥਾ ਨੂੰ ਮਾਧਿਅਮ ਬਣਾਇਆ। ਕ੍ਰਿਸ਼ਨ ਜੀ ਕੰਸ ਦਾ ਸਹੁਰਾ ਸੀ, ਸੋ ਕ੍ਰਿਸ਼ਨ ਜੀ ਦਾ ਮਾਮਾ ਸੀ ਕੰਸ, ਤੇ ਉਹ ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਸੀ। ਬੜੀਆਂ ਕੋਸ਼ਿਸ਼ਾਂ ਕੀਤੀਆਂ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ, ਸਾਰੀ ਉਮਰ ਲੱਗਾ ਰਿਹਾ। ਅਖੀਰ ਉਹਦੇ ਪਾਪਾਂ ਦੇ ਘੜੇ ਭਰ ਗਏ, ਬਹੁਤ ਉਹਨੇ ਜ਼ੁਲਮ ਕੀਤੇ, ਪਾਪ ਕੀਤੇ, ਤੇ ਫਿਰ ਕ੍ਰਿਸ਼ਨ ਜੀ ਦੇ ਹੱਥੋਂ ਕੰਸ ਮਾਰਿਆ ਗਿਆ। ਉਹਦਾ ਬਦਲਾ ਲੈਣ ਲਈ ਉਹਦਾ ਸਹੁਰਾ ਜਿਹੜਾ ਜਰਾਸੰਧ ਸੀ, ਕ੍ਰਿਸ਼ਨ ਨਾਲ ਯੁੱਧ ਕਰਨ ਆਇਆ। ਬੜੇ ਬੜੇ ਜੰਗੀ ਯੋਧੇ ਉਸਨੇ ਪੈਦਾ ਕੀਤੇ, ਜਿਨ੍ਹਾਂ ਨੇ ਆ ਕੇ ਕ੍ਰਿਸ਼ਨ ਜੀ ਨਾਲ ਯੁੱਧ ਕੀਤਾ। ਉਹਨਾਂ ਵਿੱਚੋਂ ਖੜਗ ਸਿੰਘ ਸਭ ਤੋਂ ਸ੍ਰੇਸ਼ਟ ਯੋਧਾ 10ਵੇਂ ਪਾਤਸ਼ਾਹ ਨੇ ਚਿਤਰਨ ਕੀਤਾ ਹੈ। ਇਹਦਾ ਚਿਤਰਨ ਕਰਕੇ ਗੁਰੂ ਸਾਹਿਬ ਜੀ ਨੇ ਇੱਕ ਤਸਵੀਰ ਪੇਸ਼ ਕਰ ਦਿੱਤੀ ਯੋਧੇ ਦੀ, ਵੀ ਇੱਦਾਂ ਦਾ ਯੋਧਾ ਹੁੰਦਾ ਜੋ ਲਥੇਰ ਪਥੇਰ ਕਰ ਦਿੰਦਾ, ਜਿਹਦੇ ਕੋਲੋਂ ਮੌਤ ਵੀ ਭੱਜ ਜਾਂਦੀ ਡਰ ਕੇ, ਜਿਹਦੇ ਕੋਲੋਂ ਜੰਮ ਵੀ ਭੱਜ ਜਾਂਦੇ, ਮੌਤ ਦਾ ਦੇਵਤਾ ਸ਼ਿਵ ਜੀ ਭੱਜ ਜਾਂਦਾ, ਜਿਹੜਾ ਪਰਲੋ ਕਰਨ ਵਾਲਾ ਹੈ। ਤੇ ਗਣੇਸ਼ ਵਰਗੇ, ਸਵਾਮੀ ਕਾਰਤਿਕ ਵਰਗੇ ਔਰ ਪਾਂਡਵਾਂ ਵਰਗੇ ਯੋਧੇ, ਸਾਰੀਆਂ ਗੁਪਤ ਪ੍ਰਗਟ ਸ਼ਕਤੀਆਂ ਭੱਜ ਗਈਆਂ। ਅਖੀਰ ਭਗਵਾਨ ਜੀ ਨੇ ਉਹਨੂੰ ਆਪਣੇ ਵਿੱਚ ਲੀਨ ਕਰ ਲਿਆ, ਭਾਵ ਉਹ ਸ਼ਹੀਦ ਹੋ ਗਿਆ। ਉਹਦੀ ਆਤਮਾ ਨੂੰ, ਜੇ ਇਹੋ ਜਿਹਾ ਸੂਰਮਾ ਸੀ, ਸੀਸ ਉਤਰਨ ਦੇ ਬਾਵਜੂਦ ਵੀ ਲੜੀ ਗਿਆ। ਉਹਨੇ ਕ੍ਰਿਸ਼ਨ ਜੀ ਨੂੰ ਆਪਣਾ ਸਿਰ ਮਾਰ ਕੇ ਨਾ ਉਹਦਾ ਬੇਹੋਸ਼ ਕਰ ਦਿੱਤਾ ਤੇ ਰੱਥ ਤੋਂ ਥੱਲੇ ਸਿੱਟ ਦਿੱਤਾ, ਤੇ ਕਿੱਡੇ ਕਿੱਡੇ ਯੋਧੇ ਬਿਨਾਂ ਸਿਰ ਦੇ ਹੀ ਭਜਾ ਦਿੱਤੇ। ਤੇ ਅਖੀਰ ਜਦੋਂ ਬ੍ਰਹਮੇ ਨੇ ਬੇਨਤੀ ਕੀਤੀ ਵੀ ਹੁਣ ਤੂੰ ਚੱਲ, ਤੇ ਉਹਨੇ ਬ੍ਰਹਮੇ ਦੀ ਬੇਨਤੀ ਸੁਣ ਕੇ ਆਖਿਆ, ਬ੍ਰਹਮਾ ਜੀ ਮੈਂ ਕਿਵੇਂ ਜਾਵਾਂ? ਜਿਹੜੇ ਬ੍ਰਹਮ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਨੂੰ ਸਾਰੇ ਰਿਸ਼ੀ ਮੁਨੀ ਦੇਵੀ ਦੇਵਤੇ ਲੱਭਦੇ ਫਿਰਦੇ ਆ ਦਰਸ਼ਨ ਕਰਨ ਵਾਸਤੇ, ਅੱਜ ਮੇਰੇ ਸਾਹਮਣੇ ਯੁੱਧ ਕਰਨ ਲਈ ਖੜਾ ਹੈ, ਤੇ ਮੈਂ ਉਸ ਨੂੰ ਯੁੱਧ ਕਰਕੇ ਪ੍ਰਸੰਨ ਕਰ ਰਿਹਾ ਹਾਂ। ਮੇਰੀ ਭਗਤੀ ਹੈ, ਮੇਰਾ ਪ੍ਰਭੂ ਖੁਸ਼ ਹੋ ਰਿਹਾ ਮੇਰੀ ਲੀਲਾ ਦੇਖ ਕੇ, ਤੇ ਮੈਂ ਉਹਦੇ ਵਾਸਤੇ ਕਰ ਰਿਹਾ, ਤੇ ਮੈਂ ਯੁੱਧ ਕਰਕੇ ਨਹੀਂ ਜਾ, ਛੱਡ ਕੇ ਨਹੀਂ ਜਾ ਸਕਦਾ। ਫਿਰ ਨਾਰਦ ਮੁਨੀ ਜੀ ਨੇ ਆ ਕੇ ਸਮਝਾਇਆ, ਸਾਰਾ ਕੁਝ ਤੁਸੀਂ ਸੁਣ ਚੁੱਕੇ ਹੋ, ਖੜਗ ਸਿੰਘ ਸ਼ਹੀਦ ਹੋ ਗਿਆ। ਉਹਦੀ ਰੂਹ ਸੱਚਖੰਡ ਨੂੰ ਪ੍ਰਗਾਸ਼ ਕਰ ਗਈ, ਬ੍ਰਹਮ ਵਿੱਚ ਲੀਨ ਹੋ ਗਈ। ਮਹਾਰਾਜ 10ਵੇਂ ਪਾਤਸ਼ਾਹ ਜੀ ਕਹਿੰਦੇ, ਭੂਪ ਗਇਓ ਸੁਰ ਲੋਕ ਜਵੈ। ਜਦੋਂ ਉਹ ਦੇਵ ਲੋਕ ਨੂੰ ਗਿਆ ਤੇ ਸਾਰੇ ਹੀ ਸਭ ਸੂਰ ਪ੍ਰਸੰਨ ਪਏ, ਸਭ ਹੀ ਇਹ ਭਾਂਤ ਕਹਿ ਰਨ ਮੈਂ ਸਿਗਰੇ ਮੁਕਾਲ ਕੇ ਆਏ ਬਚੇ ਅਬਹੀ। ਸਾਰੇ ਗੱਲਾਂ ਕਰਦੇ ਆ, ਕਹਿੰਦੇ ਅੱਜ ਤੇ ਕਾਲ ਦੇ ਮੂੰਹ 'ਚ ਆ ਗਏ ਸੀ, ਅਸੀਂ ਬਚੇ ਆ। ਉਸ ਤੋਂ ਬਾਅਦ ਅਗਲੀ ਕਥਾ ਜਿਹੜੀ ਹੈ ਉਹ ਥੋੜੀ ਜੀ ਜ਼ਰੂਰੀ ਹੈ, ਇਹਦੇ ਨਾਲ ਸੰਬੰਧਿਤ ਹੈ। ਵੈਸੇ ਇਹ ਸਾਰਾ ਹੀ ਪ੍ਰਸੰਗ ਕ੍ਰਿਸ਼ਨ ਅਵਤਾਰ ਦਾ ਮਹਾਰਾਜ ਸਾਹਿਬ ਜੀ ਨੇ 2492 ਛੰਦ ਜਿਹੜੇ ਹਨ, ਇਹ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਹਨ, ਜਿਨ੍ਹਾਂ ਵਿੱਚੋਂ ਆਪਾਂ ਇਹ 1717 ਤੱਕ ਇਹ ਕਥਾ ਸੁਣੀ ਹੈ। ਅਗਲੀ ਕਥਾ ਜਿਹੜੀ ਹੈ, ਖੜਗ ਸਿੰਘ ਦਾ ਨਾਮ ਖੜਗ ਸਿੰਘ ਕਿਉਂ ਰੱਖਿਆ ਗਿਆ? ਮਹਾਰਾਜ ਕ੍ਰਿਸ਼ਨ ਜੀ ਦੇ ਕਈ ਕਾਰਨ, ਕਈ ਵੱਖਰੇ ਵੱਖਰੇ ਵਿਊ ਦੇ ਰਹੇ ਨੇ, ਵੱਖਰੇ ਵੱਖਰੇ ਐਂਗਲ ਤੋਂ ਸਮਝਾ ਰਹੇ। ਆਓ ਸੁਣੀਏ ਪਿਆਰ ਨਾਲ ਸਾਰੀ ਸੰਗਤ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਤੋਹੀ ਲੋਕੋਪ ਕੀਓ ਮੁਸਲੀ। ਜਦੋਂ ਖੜਗ ਸਿੰਘ ਜੰਗ ਵਿੱਚ ਸ਼ਹੀਦ ਹੋ ਗਿਆ, ਉਹਦਾ ਸਰੀਰ ਸ਼ਾਂਤ ਹੋ ਗਿਆ, ਉਹ ਦੇਵਲੋਕ ਨੂੰ, ਸੱਚਖੰਡ ਨੂੰ ਚਲਾ ਗਿਆ, ਤਾਂ ਭਗਵਾਨ ਕ੍ਰਿਸ਼ਨ ਜੀ ਦਾ ਵੱਡਾ ਭਰਾ ਮੁਸਲੀ, ਜਿਸ ਦਾ ਨਾਮ ਬਲਰਾਮ ਵੀ ਇਤਿਹਾਸ ਵਿੱਚ ਜ਼ਿਆਦਾ ਬਲਰਾਮ ਪ੍ਰਸਿੱਧ ਹੈ, ਪਰ ਉਹਦੇ ਹੋਰ ਵੀ ਬੜੇ ਨਾਮ ਹਨ।
ਉਹਨੂੰ ਮੁਸਲੀ ਵੀ ਕਹਿੰਦੇ ਨੇ ਕਿਉਂਕਿ ਉਹ ਮੂਸਲ ਰੱਖਦਾ ਸੀ, ਮੂਸਲ ਨਾਲ ਦੁਸ਼ਮਣਾਂ ਨੂੰ ਮਾਰਦਾ ਸੀ। ਉਹਨੂੰ ਹਲ ਧਰ ਵੀ ਕਹਿੰਦੇ ਨੇ ਕਿਉਂਕਿ ਹਲ ਵੀ ਆਪਣੇ ਮੋਢੇ ਤੇ ਰੱਖਦਾ ਸੀ। ਆ ਜਿਹੜਾ ਹਲ ਵਾਹਣ ਵਾਲਾ ਹੁੰਦਾ ਖੇਤਾਂ ਵਿੱਚ, ਇਹ ਉਹਦਾ ਹਥਿਆਰ ਸੀਗਾ, ਜਿਹਦੇ ਗਲ 'ਚ ਪਾ ਲੈਂਦਾ ਸੀ ਹਲ ਦੇ ਨਾਲ ਖਿੱਚ ਕੇ ਮਾਰ ਦਿੰਦਾ ਸੀਗਾ। ਤੇ ਖਿੱਚ ਕੇ ਮਾਰਨ ਕਰਕੇ ਉਹਨੂੰ ਸੰਕਰਖਣ ਵੀ ਕਹਿੰਦੇ ਸੀ। ਕਹਿੰਦੇ ਜਦੋਂ ਮੁਸਲੀ ਨੇ, ਬਲਰਾਮ ਨੇ ਦੇਖਿਆ ਵੀ ਖੜਗ ਸਿੰਘ ਮਾਰਿਆ ਗਿਆ, ਉਹਦੀ ਫੌਜ ਨੂੰ ਭਜਾਉਣ ਵਾਸਤੇ, ਮਾਰਨ ਵਾਸਤੇ ਮੁਸਲੀ ਗੁੱਸੇ 'ਚ ਆ ਗਿਆ। ਹਰ ਵੀਰ ਤਬੈ ਸੰਗ ਤੀਰ ਪ੍ਰਹਾਰੇ, ਉਹਨੇ ਤੀਰਾਂ ਦੀ ਵਰਖਾ ਕਰ ਦਿੱਤੀ ਔਰ ਖੜਗ ਸਿੰਘ ਦੇ ਸਾਥੀ ਜਿੰਨੇ ਵੀ ਸਨ ਮੁਸਲੀ ਨੇ ਤੀਰਾਂ ਨਾਲ ਮਾਰ ਦਿੱਤੇ। ਐ ਚਲੀਏ ਇੱਕ ਵਾਰ ਹੀ ਵੈਰਨ, ਤੇ ਕਈਆਂ ਨੂੰ ਆਪਣਾ ਹਲ ਗਲ 'ਚ ਪਾ ਕੇ ਨਾ ਖਿੱਚ ਲੈਂਦਾ ਹੈ। ਸੰਕਰਖਣ ਇਸੇ ਕਰਕੇ ਉਹਨੂੰ ਕਹਿੰਦੇ ਖਿੱਚ ਲੈਂਦੇ। ਸੰਕਰਖਣ ਅੱਗੇ ਚੱਲ ਕੇ ਮਹਾਰਾਜ ਨੇ ਨਾਮ ਵਰਤਿਆ, ਉੱਥੇ ਦਾ ਅਰਥ ਕਰਾਂਗੇ। ਸੋ ਕਹਿੰਦੇ ਵੈਰੀਆਂ ਨੂੰ ਏਦਾਂ ਖਿੱਚ ਖਿੱਚ ਕੇ ਮਾਰਦਾ ਹੈ। ਪ੍ਰਾਨ ਬਿਨਾ ਕਰ ਭੂਪਰ ਡਾਰੇ, ਬੜੇ ਬੜੇ ਸੂਰਮਿਆਂ ਨੂੰ ਪ੍ਰਾਣਹੀਣ ਕਰਕੇ ਭਾਵ ਉਹਨਾਂ ਨੂੰ ਮਾਰ ਕੇ ਧਰਤੀ ਤੇ ਸਿੱਟ ਦਿੱਤਾ ਹੈ। ਇੱਕ ਬਲੀ ਗਏ ਹੱਥਨ ਸੋ, ਇੱਕ ਬਲੀ ਯੋਧਿਆਂ ਨੂੰ ਹੱਥਾਂ ਨਾਲ ਹੀ ਫੜ ਫੜ ਕੇ ਮਾਰਿਆ ਹੈ। ਚਿਤ ਪੈ ਕਰ ਕੋਪ ਫਿਰਾਏ ਪਛਾਰੇ, ਕਹਿੰਦੇ ਧਰਤੀ ਤੇ ਪਟਕਾਰ ਕੇ ਮਾਰਦਾ, ਸਿਰ ਫੇਰ ਦਿੰਦਾ ਹੈ। ਐਡਾ ਬਲੀ ਹੈ ਬਲਰਾਮ। ਜੀਵਤ ਜੋ ਬਚੇ ਬਲ ਤੇ, ਜਿਹੜੇ ਕੋਈ ਭੱਜ ਕੇ ਬਲ ਕਰਕੇ ਬਚੇ ਹਨ। ਰਨ ਤਿਆਗ ਸੋ ਨ੍ਰਿਪ ਤੀਰ ਸਿਧਾਰੇ, ਉਹ ਕਹਿੰਦੇ ਮੈਦਾਨੇ ਜੰਗ ਚੋਂ ਦੌੜ ਕੇ ਮੈਦਾਨੇ ਜੰਗ ਨੂੰ ਛੱਡ ਕੇ ਰਾਜਾ ਜਰਾਸੰਧ ਕੋਲ ਜਾ ਪਹੁੰਚੇ ਹਨ। ਰਾਜਾ ਜਰਾਸੰਧ ਦੇ ਸਾਰੀ ਫੌਜ ਦਾ ਵੱਡਾ ਬਾਦਸ਼ਾਹ ਰਾਜਾ ਹੈ, ਜਿਹੜਾ ਇਸ ਲੜਾਈ ਦਾ ਮੁੱਢ ਹੈ। ਖੜਗ ਸਿੰਘ ਦਾ ਉਹਦਾ ਅਗਲਾ ਯੋਧਾ ਸੀਗਾ, ਪਰ ਜਰਾਸੰਧ ਪਿੱਛੇ ਖੜਾ। ਉਹਦੇ ਕੋਲ ਜਾ ਕੇ ਬਚੇ ਹੋਏ ਸਿਪਾਹੀ ਦੱਸਦੇ ਹਨ। ਚੌਪਈ ਜਰਾਸੰਧ ਪੈ ਜਾਏ ਪੁਕਾਰੇ, ਜਾ ਕੇ ਜਰਾਸੰਧ ਕੋਲ ਪੁਕਾਰ ਕੀਤੀ ਹੈ। ਸਿਪਾਹੀਆਂ ਨੇ ਦੱਸਿਆ ਹੈ ਖੜਗ ਸਿੰਘ ਰਨ ਭੀਤਰ ਮਾਰੇ। ਰਾਜਾ ਜੀ ਬੜੇ ਦੁੱਖ ਦੀ ਖਬਰ ਆਈ ਹੈ, ਸਾਡਾ ਮਹਾਯੋਧਾ ਜਰਨੈਲ ਖੜਗ ਸਿੰਘ ਮਾਰਿਆ ਗਿਆ ਹੈ ਜੰਗ ਦੇ ਮੈਦਾਨ ਵਿੱਚ। ਇਉਂ ਸੁਣ ਕੇ ਤਿਨ ਕੇ ਮੁਖ ਬੈਨਾ, ਜਰਾਸੰਧ ਨੇ ਆਪਣੀ ਫੌਜ ਕੋਲੋਂ ਖੜਗ ਸਿੰਘ ਦੀ ਮੌਤ ਦੀ ਖਬਰ ਸੁਣੀ ਜਦੋਂ, ਰਿਸਕੇ ਸੰਗ ਅਰਨ ਭੈ ਨੈਣਾ। ਕਹਿੰਦੇ ਜਰਾਸੰਧ ਦਾ ਗੁੱਸਾ ਹੋਰ ਵੱਧ ਗਿਆ, ਘਬਰਾਇਆ ਨਹੀਂ। ਦੇਖੋ ਅੱਜ ਕੱਲ ਤੇ ਇਹੋ ਜਿਹੀ ਖਬਰ ਆਵੇ ਵੀ ਸਾਡਾ ਇੱਕ ਬੰਦਾ ਮਾਰਿਆ ਗਿਆ ਤੇ ਸਾਰਾ ਲਾਉ ਲਸ਼ਕਰ ਹੀ ਘਬਰਾ ਜਾਂਦਾ ਵੀ ਹੁਣ ਕੀ ਬਣੇਗਾ। ਤੇ ਉਹ ਕਹਿੰਦੇ ਰਾਜਾ ਗੁੱਸੇ 'ਚ ਲਾਲ ਅੱਖਾਂ ਕਰਕੇ ਤਿਆਰ ਹੋ ਗਿਆ। ਹਾਂਜੀ, ਆਪਣੇ ਮੰਤਰੀ ਸਭਾ ਬੁਲਾਏ, ਗੁੱਸੇ 'ਚ ਆ ਕੇ ਜਰਾਸੰਧ ਨੇ ਆਪਣੇ ਸਾਰੇ ਮੰਤਰੀ ਸੱਦ ਲਏ। ਤਿੰਨ ਪ੍ਰਤ ਭੂਪਤ ਬਚਨ ਸੁਣਾਏ, ਰਾਜਾ ਜਰਾਸੰਧ ਆਪਣੇ ਯੋਧਿਆਂ ਨੂੰ, ਆਪਣੇ ਮੰਤਰੀਆਂ ਨੂੰ, ਆਪਣੇ ਵਿਚਾਰਵਾਨਾਂ ਨੂੰ ਕਹਿਣ ਲੱਗਾ, ਖੜਗ ਸਿੰਘ ਜੂਝੇ ਰਨ ਮਾਹੀ। ਬਈ ਬੜੀ ਵੱਡੀ ਖਬਰ ਆਈ ਹੈ ਦੁੱਖ ਦੀ ਕਿ ਆਪਣੇ ਮਹਾਬਲੀ ਯੋਧੇ ਸੂਰਬੀਰ ਖੜਗ ਸਿੰਘ ਜੀ ਜੰਗ ਦੇ ਮੈਦਾਨ 'ਚ ਜੂਝ ਗਏ ਹਨ, ਸ਼ਹੀਦ ਹੋ ਗਏ ਹਨ। ਉਹਨਾਂ ਦੀ ਮੌਤ ਦੀ ਖਬਰ ਆਈ ਹੈ। ਔਰ ਸੁਭੱਟ ਕੋ ਤੇ ਸਮ ਨਾਹੀ, ਉਹਦੇ ਬਰਾਬਰ ਦਾ ਆਪਣੇ ਕੋਲ ਹੋਰ ਯੋਧਾ ਕੋਈ ਨਹੀਂ। ਇਹੋ ਜਿਹਾ ਸੂਰਮਾ, ਮਹਾਬਲੀ, ਮਹਾਰਥੀ, ਅਤਰਥੀਆਂ ਦਾ ਵੀ ਅਤਰਥੀ ਸੀਗਾ, ਉਹ ਜੰਗ 'ਚ ਜੂਝ ਗਿਆ ਹੈ। ਉਹਦੇ ਵਰਗਾ ਮੈਨੂੰ ਸੂਰਮਾ ਹੁਣ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੇ ਵਿੱਚ। ਹਾਂਜੀ, ਖੜਗ ਸਿੰਘ ਸੋ ਸੂਰੋ ਨਹੀਂ, ਖੜਗ ਸਿੰਘ ਵਰਗਾ ਸੂਰਮਾ ਕੋਈ ਨਹੀਂ ਸੀ। ਇਹ ਜਰਾਸੰਧ ਤਾਰੀਫ ਕਰ ਰਿਹਾ, ਗੁਰੂ ਸਾਹਿਬ 10ਵੇਂ ਪਾਤਸ਼ਾਹ ਕਰ ਰਹੇ ਆ ਕਿ ਵੱਖਰੇ ਵੱਖਰੇ ਐਂਗਲਾਂ ਤੋਂ। ਇੱਕ ਤਾਂ ਹੁਣ ਪਹਿਲਾਂ ਤਾਂ ਜਰਾਸੰਧ ਦੇ ਮੂੰਹ ਤੋਂ ਉਹਦੇ ਉਪਮਾ ਕਰਾ ਰਹੇ, ਕਿਉਂਕਿ ਉਹ ਜਰਾਸੰਧ ਖੜਗ ਸਿੰਘ ਦਾ ਰਾਜਾ ਹੈ, ਖੜਗ ਸਿੰਘ ਉਹਦੀ ਫੌਜ ਦਾ ਜਰਨੈਲ ਸੀ। ਸੋ ਉਹਨਾਂ ਨੇ ਤਾਂ ਤਾਰੀਫ ਕਰਨੀ ਹੈ, ਉਹ ਕਰ ਰਹੇ ਨੇ। ਕਹਿੰਦੇ ਖੜਗ ਸਿੰਘ ਵਰਗਾ ਸੂਰਮਾ ਨਹੀਂ ਲੱਭਣਾ ਧਰਤੀ ਤੇ ਸਮਝਾਏ ਲੜੈ ਰਨ ਮਾਹੀ। ਕੋਈ ਇਹੋ ਜਿਹਾ ਸੂਰਮਾ ਕਿੱਥੋਂ ਲਿਆਈਏ ਜਿਹੜਾ ਜਿਵੇਂ ਖੜਗ ਸਿੰਘ ਜਾ ਕੇ ਲੜਿਆ ਜੰਗ ਦੇ ਮੈਦਾਨ 'ਚ, ਉਹ ਵੀ ਜਾ ਕੇ ਲੜੇ ਦੁਸ਼ਮਣਾਂ ਨਾਲ। ਇਹੋ ਜਿਹਾ ਸੂਰਮਾ ਪ੍ਰਗਟ ਕਰਨਾ ਔਖਾ ਹੈ। ਆਪ ਤੁਮ ਕਹੋ ਕੌਣ ਵਿਦ ਕੀਜੈ। ਹੁਣ ਤੁਸੀਂ ਸਾਰੇ ਸਿਆਣੇ ਹੋ ਮੰਤਰੀਗਣ, ਤੁਸੀਂ ਸਲਾਹ ਦੱਸੋ ਆਪਾਂ ਕੀ ਕਰੀਏ। ਹੁਣ ਕਿਹੜਾ ਸੂਰਮਾ ਕ੍ਰਿਸ਼ਨ ਦੇ ਨਾਲ ਯੁੱਧ ਕਰਨ ਲਈ ਭੇਜੀਏ।
ਕੌਣ ਸੁਭਾਟ ਕੋ ਆਇਸ ਦੀਜੈ। ਕਿਹੜੇ ਸੂਰਮੇ ਨੂੰ ਕਿਹੜੇ ਯੋਧੇ ਨੂੰ ਆਗਿਆ ਦਈਏ ਜੰਗ ਜਾਣ ਦੀ। ਜਰਾਸੰਧ ਨ੍ਰਿਪਸੋ ਮੰਤਰੀ ਬਾਚ ਦੋਹਰਾ। ਮੰਤਰੀ ਰਾਜੇ ਜਰਾਸੰਧ ਨੂੰ ਕਹਿਣ ਲੱਗੇ। ਤਬ ਬੋਲਿਓ ਮੰਤਰੀ ਸੁਮਤ। ਕਹਿੰਦੇ ਸੁਮਤ ਨਾਮ ਦਾ ਇੱਕ ਸਿਆਣਾ ਮੰਤਰੀ ਜਿਹੜਾ ਸ੍ਰੇਸ਼ਟ ਮਤੀ ਵਾਲਾ ਸਮਝਦਾਰ ਸੀਗਾ, ਹੱਥ ਜੋੜ ਕੇ ਰਾਜੇ ਜਰਾਸੰਧ ਨੂੰ ਕਹਿਣ ਲੱਗਾ। ਜਰਾਸੰਧ ਕੇ ਤੀਰ। ਰਾਜੇ ਜਰਾਸੰਧ ਦੇ ਪਾਸ, ਜਰਾਸੰਧ ਦੇ ਕੋਲ ਮੰਤਰੀ ਸੁਮਤ ਨੇ ਬੇਨਤੀ ਕੀਤੀ ਹੈ। ਸਾਂਝ ਪਰੀ ਹੈ ਆਵ ਨ੍ਰਿਪਤ। हे ਰਾਜਾ ਜੀ, ਮਹਾਰਾਜ ਇਸ ਵੇਲੇ ਤੇ ਸਾਂਝ ਹੋ ਗਈ ਹੈ, ਸ਼ਾਮ ਹੋ ਗਈ ਹੈ, ਹਨੇਰਾ ਪੈ ਰਿਹਾ ਹੈ। ਕੌਣ ਲੜੈ ਰਨ ਵੀਰ। ਹੁਣ ਰਾਤ ਨੂੰ ਕਿਹੜਾ ਯੁੱਧ ਵੀਰ ਭੇਜੀਏ, ਕਿਹੜਾ ਸੂਰਮਾ ਭੇਜੀਏ ਲੜਾਈ ਕਰਨ ਵਾਸਤੇ। ਇਹੋ ਜਿਹਾ ਕੋਈ ਸੂਰਮਾ ਰਾਤ ਨੂੰ ਥੋੜਾ ਲੜਾਈ ਹੋਣੀ ਹੈ, ਲੜਾਈ ਤਾਂ ਹੁਣ ਕੱਲ ਸਵੇਰੇ ਹੋਣੀ ਹੈ। ਹਾਂਜੀ, ਪੁੱਤ ਰਾਜਾ ਚੁੱਪ ਹੋਏ ਰਹਿਓ। ਉਧਰੋਂ ਸਾਧ ਸੰਗਤ ਜੀ ਰਾਜਾ ਸੁਣ ਕੇ ਰਾਜਾ ਜਰਾਸੰਧ ਆਪਣੇ ਮੰਤਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਚੁੱਪ ਹੋ ਗਿਆ। ਮੰਤਰੀ ਕਹੀ ਜਬ ਗਾਥ। ਜਦੋਂ ਮੰਤਰੀ ਨੇ ਉਹਨੂੰ ਆਖਿਆ ਵੀ ਜੰਗ ਤਾਂ ਹੁਣ ਕੱਲ ਹੀ ਹੋਣਾ, ਰਾਤ ਨੂੰ ਤਾਂ ਲੜਾਈ ਨਹੀਂ ਹੋ ਸਕਦੀ। ਹਾਂਜੀ, ਇਹ ਤਾਂ ਮੁਸਲੀ ਧਰ ਤਹਿ ਗਇਓ। ਇਧਰੋਂ ਮੁਸਲੀ ਧਰ ਕ੍ਰਿਸ਼ਨ ਦਾ ਭਰਾ ਬਲਰਾਮ ਆਪਣੇ ਸਾਰੇ ਦੁਸ਼ਮਣਾਂ ਨੂੰ ਮਾਰਨ ਤੋਂ ਬਾਅਦ, ਜੰਗ 'ਚ ਵੈਰੀ ਦੀ ਫੌਜ ਨੂੰ ਭਜਾਉਣ ਤੋਂ ਬਾਅਦ ਕ੍ਰਿਸ਼ਨ ਜੀ ਦੇ ਕੋਲ ਗਿਆ ਹੈ। ਜਹਾਂ ਹੋਤੇ ਬ੍ਰਜਨਾਥ। ਜਿੱਥੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਖੜੇ ਸਨ, ਬਲਰਾਮ ਉਹਨਾਂ ਦੇ ਪਾਸ ਚਲਾ ਗਿਆ ਹੈ। ਮੁਸਲੀ ਬਾਚ ਕਾਨ ਸੋ ਦੋਹਰਾ। ਔਰ ਕ੍ਰਿਸ਼ਨ ਜੀ ਨੂੰ ਕਹਿਣ ਲੱਗਾ ਹੈ ਜਾ ਕੇ ਬਲਰਾਮ ਮੁਸਲੀ, ਕਿਰਪਾ ਸਿੰਧ ਇਹ ਕੌਣ ਸੁਤ। ਕਹਿੰਦਾ ਹੈ ਕਿਰਪਾ ਨਿਦਾਨ, ਹੈ ਕਿਰਪਾ ਦੇ ਸਾਗਰ ਭਗਵਾਨ ਜੀ, ਇਹ ਦੱਸੋ ਇਹ ਕਿਹਦਾ ਪੁੱਤਰ ਸੀ। ਖੜਗ ਸਿੰਘ ਜਿਹੇ ਨਾਮ। ਜਿਹਦਾ ਨਾਂ ਖੜਗ ਸਿੰਘ ਸੀ। ਇਹ ਕਿਸ ਮਾਂ ਨੇ ਜੰਮਿਆ ਸੀ, ਇਹੋ ਜਿਹਾ ਸੂਰਮਾ ਕਿੱਥੋਂ ਆਇਆ ਸੀ, ਇਹ ਕੌਣ ਸੀ ਮਹਾਰਾਜ, ਮੈਨੂੰ ਇਹਦੀ ਸਾਰੀ ਕਥਾ ਸੁਣਾਓ, ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ ਵੀ ਇਸ ਨੇ ਤਾਂ ਧਰਤੀ ਉੱਤੇ ਪਰਲੋ ਲੈਣ ਦੀ, ਇਹਦੇ ਤੇ ਅੱਗੇ ਤੇ ਕੋਈ ਤਾਕਤ ਖੜੀ ਨਹੀਂ। ਵੱਡੇ ਵੱਡੇ ਯੋਧੇ ਭਗਵਾਨ ਸ਼ਿਵ ਜੀ ਵਰਗੇ ਜਿਹੜੇ ਮੌਤ ਦੇ ਦੇਵਤੇ ਮੰਨੇ ਜਾਂਦੇ, ਪਰਲੋ ਕਰਨ ਵਾਲੇ, ਉਹ ਵੀ ਭੱਜ ਗਏ। ਮੌਤ ਵੀ ਡਰਦੀ ਫਿਰਦੀ ਸੀ, ਕੰਬਦੀ ਫਿਰਦੀ ਸੀ ਵੀ ਮੈਨੂੰ ਹੀ ਨਾ ਮਾਰ ਦੇਵੇ ਤੀਰ ਦੇ ਨਾਲ। ਜੰਮ ਵੀ ਡਰਦੇ ਸੀਗੇ, ਭਜਾ ਕੇ ਮਾਰਦਾ ਸਾਰਿਆਂ ਨੂੰ। ਇਹ ਖੜਗ ਸਿੰਘ ਕੌਣ ਸੀ ਮਹਾਰਾਜ, ਤੁਸੀਂ ਦੱਸੋ। ਹਾਂਜੀ, ਐਸੋ ਆਪਣੀ ਬੈਸ ਮੈਂ। ਬਲਰਾਮ ਜੀ ਕਹਿੰਦੇ ਹੈ ਭਰਾ ਜੀ, ਮੈਂ ਆਪਣੀ ਉਮਰ ਦੇ ਵਿੱਚ, ਸਾਰੀ ਉਮਰ ਦੇ ਵਿੱਚ ਇਹੋ ਜਿਹਾ ਯੋਧਾ ਨਹੀਂ ਵੇਖਿਆ। ਨਹਿ ਦੇਖਿਓ ਬਲ ਧਾਮ। ਇਹੋ ਜਿਹਾ ਬਲੀ, ਇਹੋ ਜਿਹਾ ਸੂਰਮਾ ਬਲ ਧਾਮ, ਜਿਹੜਾ ਬਲ ਦਾ ਘਰ ਹੋਵੇ, ਸ਼ਕਤੀ ਦਾ ਸੋਮਾ ਹੋਵੇ, ਮੈਂ ਨਹੀਂ ਤੱਕਿਆ ਸੰਸਾਰ ਦੇ ਵਿੱਚ, ਆਪਣੀ ਉਮਰ ਵਿੱਚ ਤਾਂ ਨਹੀਂ ਤੱਕਿਆ, ਤੇ ਮੈਂ ਕਿਸੇ ਗ੍ਰੰਥ ਵਿੱਚ ਵੀ ਨਹੀਂ ਪੜ੍ਹਿਆ ਵੀ ਇਹੋ ਜਿਹਾ ਪਹਿਲਾਂ ਵੀ ਕੋਈ ਹੋਇਆ ਹੋਵੇ। ਚੌਪਈ ਤਾਂ ਤੇ ਯਾ ਕੀ ਕਥਾ ਪ੍ਰਕਾਸ਼ੋ। ਇਸ ਕਰਕੇ ਮਹਾਰਾਜ ਮੈਨੂੰ ਇਹਦੀ ਕਥਾ ਸੁਣਾਓ, ਇਹ ਕੌਣ ਸੀਗਾ, ਮੈਂ ਜਾਣਨਾ ਚਾਹੁੰਦਾ ਇਹਦੇ ਬਾਰੇ। ਮੇਰੇ ਮਨ ਕੋ ਭਰਮ ਬਿਨਾਸੋ। ਮਹਾਰਾਜ ਮੇਰੇ ਮਨ ਦਾ ਭਰਮ ਦੂਰ ਕਰ ਦਿਓ, ਸ਼ੰਕਾ ਕੱਢ ਦਿਓ ਮੇਰਾ। ਐਸੀ ਬਿਦ ਸੋ ਬਲ ਜਬ ਕਹਿਓ। ਜਦੋਂ ਬਲਰਾਮ ਨੇ ਮਹਾਰਾਜ ਕ੍ਰਿਸ਼ਨ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਹੱਥ ਜੋੜ ਕੇ ਆਖਿਆ ਭਰਾ ਜੀ ਮੈਨੂੰ ਇਹਦਾ ਸਾਰਾ ਵੇਰਵਾ ਦੱਸੋ, ਇਹ ਕੌਣ ਸੀ। ਤਾਂ ਮਹਾਰਾਜ ਬੋਲੇ ਹਨ। ਸੁਣ ਸ਼੍ਰੀ ਕ੍ਰਿਸ਼ਨ ਮੋਨ ਹੋਇਆ ਰਹਿਓ। ਕਹਿੰਦੇ ਭਗਵਾਨ ਕ੍ਰਿਸ਼ਨ ਜੀ ਪਹਿਲਾਂ ਤਾਂ ਚੁੱਪ ਕਰ ਗਏ, ਸੋਚਣ ਲੱਗੇ, ਤੇ ਫਿਰ ਬੋਲੇ ਹਨ। ਖਾਨ ਬਾਚ ਸੋਰਠਾ। ਸੋਰਠੇ ਵਿੱਚ ਮਹਾਰਾਜ ਕ੍ਰਿਸ਼ਨ ਜੀ ਦੇ ਬਚਨ ਦੱਸਦੇ ਹਨ। ਪੁਨ ਬੋਲਿਓ ਬ੍ਰਜਨਾਥ। ਫਿਰ ਕ੍ਰਿਸ਼ਨ ਜੀ ਮਹਾਰਾਜ ਬਿਰਧ ਦੇ ਨਾਥ ਬੋਲੇ ਹਨ। ਕਿਰਪਾਵੰਤ ਹੈ ਬੰਦ ਸੋ। ਆਪਣੇ ਵੱਡੇ ਭਰਾ ਨਾਲ ਕਿਰਪਾ ਭਰੇ ਬਚਨ, ਪਿਆਰ ਭਰੇ ਬਚਨ, ਆਪਣੇ ਵਿਚਾਰ ਸਾਂਝੇ ਕਰਨ ਲੱਗੇ। ਜਿਹੜਾ ਕ੍ਰਿਸ਼ਨ ਜੀ ਨੂੰ ਸਵਾਲ ਪੁੱਛਿਆ ਬਲਰਾਮ ਜੀ ਨੇ, ਉਹਦਾ ਜਵਾਬ ਦਿੰਦੇ ਹਨ। ਮਹਾਰਾਜ ਜੀ ਸੁਣ ਬਲ ਯਹਾਂ ਕੀ ਗਾਥ। ਕਹਿਣ ਲੱਗੇ ਹੇ ਬਲਰਾਮ ਜੀ, ਭਰਾ ਜੀ ਸੁਣੋ, ਤੁਹਾਨੂੰ ਇਹਦੀ ਸਾਰੀ ਕਥਾ ਦੱਸਦੇ ਆ। ਹਾਂਜੀ, ਜਨਮ ਕਥਾ ਭੂਪਤ ਕਹੂੰ। ਇਹ ਰਾਜਾ ਖੜਗ ਸਿੰਘ, ਇਹਦੀ ਜਨਮ ਕਥਾ ਤੁਸੀਂ ਪੁੱਛੀਏ ਵੀ ਕਿਹਦਾ ਪੁੱਤਰ ਸੀ। ਸੁਣੋ ਫਿਰ ਇਹ ਕੀ ਚੀਜ਼ ਸੀਗਾ। ਦੋਹਰਾ ਖਟ ਮੁਖ ਰਮਾ ਗਣੇਸ਼। ਕਹਿੰਦੇ ਖਟ ਮੁਖ, ਖਾਟ ਮੈਨੇ 6 ਖੱਖੇ ਨਾਲ ਖਾਟ ਹੁੰਦਾ,
ਖੱਖੇ ਨਾਲ ਹੀ ਖੜਗ ਸਿੰਘ ਦਾ ਪਹਿਲਾ ਖੱਖਾ ਅੱਖਰ ਹੁੰਦਾ। ਉਹਦੇ ਅਰਥ ਦੱਸਣ ਲੱਗੇ ਮਹਾਰਾਜ ਜੀ। ਕਹਿੰਦੇ ਪਹਿਲਾ ਹੈ ਖੱਖਾ, ਦੂਜਾ ਹੈ ਰਾੜਾ। ਰਾਰਾ ਤੇ ਰਾੜਾ ਸਵਰਨੀ ਮੰਨੇ ਗਏ ਹੈ। ਤੇ ਖਟਮੁਖ ਦਾ ਜਿਹੜਾ ਅਰਥ ਹੈ 6 ਮੂੰਹਾਂ ਵਾਲਾ, ਉਹ ਸਵਾਮੀ ਕਾਰਤਕ ਸ਼ਿਵ ਜੀ ਦਾ ਪੁੱਤਰ ਹੈ। ਜਿੰਨੇ ਦੁਨੀਆ ਦੇ ਸੈਨਾਪਤੀ ਹਨ, ਯਾਨੀ ਫੌਜਾਂ ਦੇ ਜਨਰਲ ਵੱਡੇ, ਉਹਨਾਂ ਦਾ ਦੇਵਤਾ ਉਹ ਮੰਨਿਆ ਗਿਆ। ਯਾਨੀ ਸਭ ਤੋਂ ਵੱਡਾ ਸੈਨਾਪਤੀ ਉਹ ਖਟਮ 6 ਮੂੰਹਾਂ ਵਾਲਾ ਸਵਾਮੀ ਕਾਰਤਕ ਹੈ। ਇਹ ਜਿਹੜੇ ਗ੍ਰੰਥ ਬ੍ਰਿਜ ਭਾਸ਼ਾ ਦੇ ਹਨ, ਜਦੋਂ ਤੁਸੀਂ ਉਹਨਾਂ 'ਚ ਪੜ੍ਹੋਗੇ ਫਿਰ ਤੁਹਾਡਾ ਇਹ ਆਮ ਹੀ ਤੁਹਾਨੂੰ ਸਮਝ ਆਏਗੀ, ਬਾਰ-ਬਾਰ ਇਹ ਗੱਲ ਆਏਗੀ ਵੀ ਖਟਮੁਖ ਕੌਣ ਹੈ। 6 ਉਹਦੇ ਮੂੰਹ ਹਨ ਤੇ ਮੋਰ ਦੀ ਉਹ ਸਵਾਰੀ ਕਰਦਾ ਹੈ। ਮੋਰ ਉਹਦੀ ਸਵਾਰੀ ਹੈ। ਨਾਮ ਉਹਦਾ 6 ਮੂੰਹਾਂ ਵਾਲਾ ਖਟਮੁਖ ਹੈ। ਸਵਾਮੀ ਕਾਰਤਕ ਉਹਨੂੰ ਕਹਿੰਦੇ ਨੇ। ਉਹ ਸ਼ਿਵ ਜੀ ਦਾ ਪੁੱਤਰ ਹੈ, ਬੜਾ ਬਲੀ ਹੈ। ਉਹ ਸਾਰੇ ਸ਼ਸਤਰ ਅਸਤਰ ਚਲਾਉਂਦਾ। ਜਿਵੇਂ ਪਿੱਛੇ ਜੰਗ 'ਚ ਆਇਆ ਵੀ ਹੈ ਵੀ ਉਹਨੂੰ ਵੀ ਖੜਗ ਸਿੰਘ ਨੇ ਭਜਾ ਦਿੱਤਾ ਸੀਗਾ। ਕਹਿੰਦੇ ਖੜਗ ਸਿੰਘ ਦਾ ਖੱਖਾ ਅੱਖਰ ਖਟਮੁਖ ਤੋਂ ਲਿਆ ਹੈ ਤੇ ਦੂਜਾ ਹੈ ਰਾਰਾ ਅੱਖਰ, ਉਹ ਲਿਆ ਹੈ ਰਮਾ ਤੋਂ। ਰਮਾ ਨਾਮ ਲక్ష్ਮੀ ਦਾ ਹੈ, ਜੋ ਭਗਵਾਨ ਵਿਸ਼ਨੂੰ ਦੀ ਘਰ ਵਾਲੀ, ਬਹੁਤ ਹੀ ਸੋਹਣੇ ਸਰੀਰ ਵਾਲੀ ਮੰਨੀ ਗਈ ਹੈ। ਤੇ ਰਮਾ ਨਾਮ ਮਾਇਆ ਦਾ ਹੈ। ਆ ਸੰਸਾਰ 'ਚ ਜਿੰਨੀ ਮਾਇਆ ਹੈ ਇਹਨੂੰ ਰਮਾ ਕਹਿੰਦੇ ਹਨ। ਰਮਨ ਕਰ ਰਹੀ ਹੈ ਨਾ ਸਾਰੇ ਸੰਸਾਰ 'ਚ, ਤੁਰੀ ਫਿਰਦੀ ਹਰ ਜਗ੍ਹਾ ਤੇ, ਜੋ ਰਮਨ ਕਰਦੀ ਸਾਰਿਆਂ ਦੇ ਮਨ ਵਿੱਚ ਰਮਨ ਕਰਦੀ ਹੈ, ਜਿਹੜੀ ਸਾਰਿਆਂ ਨੂੰ ਪ੍ਰਸੰਨ ਰੱਖਦੀ, ਜਿਹਦੇ ਮਨ, ਜਿਹਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ, ਉਹ ਹੈ ਰਮਾ। ਜਿਹਦੇ ਨਾਲ ਇਹ ਸੰਸਾਰ ਦਾ ਵਿਹਾਰ ਚੱਲਦਾ ਹੈ ਉਹ ਹੈ ਰਮਾ ਲక్ష్ਮੀ। ਕਹਿੰਦੇ ਜਿਹੜਾ ਦੂਜਾ ਅੱਖਰ ਹੈ ਉਹ ਰਮਾ ਤੋਂ ਲਿਆ ਹੈ। ਤੀਜਾ ਅੱਖਰ ਗੱਗਾ। ਗੱਗਾ ਅੱਖਰ ਗਣੇਸ਼ ਤੋਂ ਲਿਆ ਹੈ। ਖਟਮੁਖ ਰਮਾ ਗਣੇਸ਼। ਹਾਂਜੀ। ਪੁਨ ਸਿੰਘੀ ਰਿਖ ਘਨ ਸ਼ਿਆਮ। ਤੇ ਫਿਰ ਸਿੰਘੀ ਰਿਖ, ਉਸ ਤੋਂ ਇਹਦਾ ਸੱਸਾ ਲਿਆ ਸਿੰਘ ਦਾ, ਤੇ ਘੱਗਾ ਲਿਆ ਘਨ ਸ਼ਿਆਮ ਤੋਂ। ਘਨ ਸ਼ਿਆਮ ਕ੍ਰਿਸ਼ਨ ਜੀ ਕਹਿੰਦੇ ਮੇਰਾ ਨਾਮ ਹੈ। ਮੇਰੇ ਵਿੱਚੋਂ ਘੱਗਾ ਲਿਆ ਤੇ ਸਿੰਘੀ ਰਿਖ ਚੋਂ ਸੱਸਾ ਲਿਆ ਤੇ ਖਟਮੁਖ ਵਿੱਚੋਂ ਖੱਖਾ ਲਿਆ, ਰਮਾ ਲక్ష్ਮੀ ਵਿੱਚੋਂ ਰਾਰਾ ਲਿਆ ਔਰ ਗਣੇਸ਼ ਵਿੱਚੋਂ ਗੱਗਾ ਲਿਆ। ਇਹ 5 ਦੇਵਤਿਆਂ ਦੇ 5 ਸ਼ਕਤੀਆਂ ਦੇ ਜਿਹੜੇ ਅੱਖਰ ਨੇ ਉਹ ਪਹਿਲੇ ਲਏ ਨੇ। ਹਾਂਜੀ। ਆਰ ਬਰਨ ਵਿਦ ਪੰਚ ਲੈ। ਆਦ ਮੈਨੇ ਮੁੱਢਲੇ, ਬਰਨ ਕਹਿੰਦੇ ਅੱਖਰ, ਮੁੱਢਲੇ ਅੱਖਰ ਇਹਨਾਂ ਦੇ ਲੈ ਕੇ, ਜਿਵੇਂ ਖਟਮੁਖ ਤੋਂ ਖੱਖਾ, ਰਮਾ ਤੋਂ ਰਾਰਾ, ਗਣੇਸ਼ ਤੋਂ ਗੱਗਾ, ਸਿੰਘੀ ਤੋਂ ਸੱਸਾ ਤੇ ਘਨ ਸ਼ਿਆਮ ਤੋਂ ਘੱਗਾ, ਇਹ ਲੈ ਕੇ 5 ਮੁੱਢਲੇ ਅੱਖਰ ਧਰਿਓ ਖੜਗ ਸਿੰਘ ਨਾਮ। ਇਹਦਾ ਨਾਮ ਖੜਗ ਸਿੰਘ ਰੱਖਿਆ। ਦੇਖੋ ਕਿੰਨੀ ਵੱਡੀ 10ਵੇਂ ਪਾਤਸ਼ਾਹ ਮਹਾਰਾਜ ਉਹਦੀ ਵਿਆਖਿਆ ਲਿਖ ਰਹੇ ਨੇ। ਲਿਖ ਤਾਂ ਕਲਗੀਧਰ ਪਾਤਸ਼ਾਹ ਹੀ ਰਹੇ ਨੇ, ਪਰ ਭਗਵਾਨ ਕ੍ਰਿਸ਼ਨ ਜੀ ਦੇ ਮੁਖ ਤੋਂ ਪ੍ਰਸੰਗ ਦੇ ਵਸ ਦਰਸਾ ਰਹੇ ਨੇ। ਕਹਿੰਦੇ ਨੇ ਵੀ ਇਹ 5 ਅੱਖਰਾਂ ਦਾ ਮੁੱਢ ਲੈ ਕੇ 5 ਸ਼ਕਤੀਆਂ ਦਾ ਇਹਦਾ ਨਾਮ ਖੜਗ ਸਿੰਘ ਰੱਖਿਆ ਹੈ। ਦੋਹਰਾ ਖੜਗ ਰਮੈ ਤਨ ਗਰਮਤਾ। ਫਿਰ ਅਰਥ ਕਰਦੇ ਨੇ ਮਹਾਰਾਜ 10ਵੇਂ ਪਾਤਸ਼ਾਹ ਜੀ, ਕ੍ਰਿਸ਼ਨ ਜੀ ਮਹਾਰਾਜ ਦੇ ਮੁਖ ਤੋਂ ਕਰਾ ਰਹੇ ਨੇ। ਕਹਿੰਦੇ ਖੜਗ ਨਾਮ ਹੈ ਤਲਵਾਰ ਦਾ, ਖੜਗ ਨਾਮ ਸ਼ਸਤਰ ਦਾ ਹੈ। ਖੜਗ ਤਲਵਾਰ ਨੂੰ ਕਹਿੰਦੇ, ਖੰਡੇ ਨੂੰ ਕਹਿੰਦੇ। ਤੇ ਰਮਾ ਲక్ష్ਮੀ ਨੂੰ ਕਹਿੰਦੇ। ਤੇ ਰਮੈ ਤਨ ਹੁੰਦਾ ਸੋਹਣਾ ਸਰੀਰ। ਖੜਗ ਨਾਮ ਤਲਵਾਰ ਦਾ, ਰਮੈ ਤਨ ਨਾਮ ਸੁੰਦਰ ਸਰੂਪ ਦਾ। ਕਹਿੰਦੇ ਤਲਵਾਰ ਉਹਦੇ ਹੱਥ ਵਿੱਚ ਸੀ, ਸਰੂਪ ਉਹਦਾ ਸੋਹਣਾ ਸੀਗਾ, ਸੁੰਦਰ ਸਰੂਪ ਸੀਗਾ ਬਹੁਤ। ਹਾਂਜੀ। ਗਰਮਤਾ ਕਹਿੰਦੇ ਨੇ ਬਜ਼ੁਰਗੀ ਨੂੰ, ਵੱਡੇ ਨੂੰ। ਗਰਮਤਾ ਕਹਿੰਦੇ ਨੇ ਗਰਮਾ ਸਿੱਧੀ ਨੂੰ, ਯਾਨੀ ਇੱਕ ਅਣਮਾ, ਗਰਮਾ, ਲਗਮਾ, ਮਹਿਮਾ, ਇਹ ਸਿੱਧੀ ਹੁੰਦੀ ਹੈ। ਗਰਮਾ ਦਾ ਤਾਂ ਭਾਰੀ ਹੋ ਜਾਣਾ, ਬੈਠੇ ਬੈਠੇ ਇੰਨਾ ਭਾਰੀ ਹੋ ਜਾਣਾ ਵੀ ਪਹਾੜ ਜਿੰਨਾ ਭਾਰ ਹੋ ਜਾਣਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਗ ਆਉਂਦਾ ਹੈ ਵੀ ਮਹਾਰਾਜ 10ਵੇਂ ਪਾਤਸ਼ਾਹ ਦਾ ਸਰੀਰ ਬੜਾ ਛਾਂਟਵਾਂ ਜਿਹਾ, ਪਤਲਾ ਜਿਹਾ, ਬਹੁਤਾ ਪਤਲਾ ਨਹੀਂ, ਯਾਨੀ ਭਾਰੇ ਨਹੀਂ ਸਨ। ਸਰੀਰ ਮਹਾਰਾਜ ਦਾ ਕਮਾਇਆ ਹੋਇਆ ਸੀਗਾ। ਤੇ ਭਾਈ ਰਾਮ ਕੋਇਰ ਸਾਹਿਬ ਬ੍ਰਹਮ ਗਿਆਨੀ ਭਾਰੇ ਸਨ, ਮਹਾਰਾਜ ਤੋਂ 3 ਸਾਲ ਛੋਟੇ ਸਨ, ਰਹਿੰਦੇ ਮਹਾਰਾਜ ਦੇ ਨਾਲ ਸਨ। ਇੱਕ ਵਾਰੀ ਸਤਿਗੁਰਾਂ ਕੋਲ ਤੀਰ ਕਮਾਨ ਬੜਾ ਭਾਰੀ ਆ ਗਿਆ। ਉਹਨੂੰ ਵੇਖ ਕੇ ਭਾਈ ਸਾਹਿਬ ਦੇ ਮਨ 'ਚ ਆ ਗਿਆ, ਇਹ ਕਿਹੜਾ ਇਹਨਾਂ ਨੇ ਚਲਾ ਲੈਣਾ, ਹੌਲੇ ਜੇ ਤਾਂ ਹਨ।
ਤੇ ਮੈਂ ਇਹ ਤਾਂ ਬੜਾ ਭਾਰੀ ਤੀਰ ਕਮਾਨ। ਮਹਾਰਾਜ ਜਾਣੀ ਜਾਣ ਕਹਿੰਦੇ ਭਾਈ ਸਾਹਿਬ ਜੀ ਆਓ ਸ਼ਿਕਾਰ ਨੂੰ ਚੱਲੀਏ। ਨਾਲ ਹਾਥੀ ਮੰਗਾ ਲਿਆ। ਹਾਥੀ ਤੇ ਭਾਈ ਰਾਮ ਕੋਇਰ ਸਾਹਿਬ ਨੂੰ ਨਾਲ ਬਿਠਾ ਲਿਆ। ਸਿੰਘਾਂ ਨੂੰ ਕਿਹਾ ਤੁਸੀਂ ਰਹੋ, ਅਸੀਂ ਆਪ ਦੋਵੇਂ ਜਾਣਾ ਬਾਹਰ, ਕਿਸੇ ਵੀ ਸੇਵਾਦਾਰ ਨੂੰ ਨਾਲ ਨਹੀਂ ਲਿਆ। ਮਹਾਰਾਜ ਭਾਈ ਰਾਮ ਕੋਇਰ ਜੀ ਨੂੰ ਲੈ ਕੇ ਜੰਗਲ 'ਚ ਚਲੇ ਗਏ। ਉਸੇ ਕਮਾਨ ਨਾਲ ਤੀਰ ਥੱਲੇ ਕਹਿੰਦੇ ਉਤਾਰ ਲਿਆ ਪਹਿਲਾਂ ਭਾਈ ਸਾਹਿਬ ਨੂੰ, ਤੇ ਤੀਰ ਚਲਾਉਣ ਲੱਗ ਪਏ। ਤੀਰ ਚਲਾਏ, ਹਾਥੀ ਖੜਾ ਰਿਹਾ। ਅੱਧੇ ਘੰਟੇ ਬਾਅਦ ਕਹਿੰਦੇ ਚੱਲੀਏ ਭਾਈ ਸਾਹਿਬ ਵਾਪਸ। ਕਹਿੰਦੇ ਜੀ ਚੱਲੀਏ। ਕਹਿੰਦੇ ਗਲਤੀ ਇਹ ਹੋ ਗਈ, ਆਪਾਂ ਪੌੜੀ ਨਹੀਂ ਲੈ ਕੇ ਆਏ ਹਾਥੀ ਤੇ ਚੜ੍ਹਨ ਵਾਲੀ, ਆਉਂਦਿਆਂ ਤੇ ਚੜ੍ਹ ਆਏ, ਉੱਥੋਂ ਪੌੜੀ ਉੱਥੇ ਰਹਿ ਗਈ। ਹੁਣ ਆਪਾਂ ਹਾਥੀ ਤੇ ਕਿਵੇਂ ਚੜ੍ਹੀਏ? ਉਤਰਦੇ ਗਏ ਸੀ, ਚੜ੍ਹਨਾ ਔਖਾ, ਹਾਥੀ ਬਹਿੰਦਾ ਕੋਈ ਨਹੀਂ, ਆਪਾਂ ਨੂੰ ਉੱਤੇ ਚੜ੍ਹਨਾ ਪੈਣਾ। ਮਹਾਰਾਜ ਭਾਈ ਰਾਮ ਕੋਲ ਕਹਿੰਦੇ ਮਹਾਰਾਜ ਫਿਰ ਤੁਸੀਂ ਦੱਸੋ ਕੀ ਕਰੀਏ? ਮਹਾਰਾਜ ਕਹਿੰਦੇ ਏਦਾਂ ਕਰੋ, ਤੁਸੀਂ ਜਿਹੜਾ ਕੋਡੇ 'ਚ ਹੋਵੋ, ਅਸੀਂ ਤੁਹਾਡੇ ਮੋਢੇ ਤੇ ਭਾਰ ਪਾ ਕੇ ਉੱਪਰ ਚੜ੍ਹ ਜਾਂਦੇ, ਫਿਰ ਤੁਹਾਨੂੰ ਅਸੀਂ ਉੱਤੇ ਖਿੱਚ ਲਾਂਗੇ। ਕਹਿੰਦੇ ਠੀਕ ਹੈ। ਭਾਈ ਸਾਹਿਬ ਨੇ ਸੋਚਿਆ ਵੀ ਹੌਲੇ ਜੇ ਮਹਾਰਾਜ, ਤੇ ਗੋਡਿਆਂ ਦੇ ਭਾਰ ਪਾ ਕੇ ਨਾ ਭਾਈ ਸਾਹਿਬ ਇਉਂ ਕਰਕੇ ਹੋ ਗਏ। ਸੱਚੇ ਪਾਤਸ਼ਾਹ ਜੀ ਉੱਤੇ ਮੋਢੇ ਤੇ ਪੈਰ ਧਰ ਕੇ ਉੱਤੇ ਹਾਥੀ ਦੇ ਹੋਤੇ ਨੂੰ ਹੱਥ ਪਾ ਲਿਆ ਤੇ 2 ਮਿੰਟ ਖੜੇ ਰਹੇ। ਉਹ ਇੰਨਾ ਕੁ ਭਾਰ ਸਾਰੀ ਸ੍ਰਿਸ਼ਟੀ ਦਾ ਜਿੰਨਾ ਕੁ ਸੀਗਾ ਨਾ, ਉਹ ਸਾਰਾ ਭਾਈ ਸਾਹਿਬ ਦੇ ਮੋਢਿਆਂ ਤੇ ਪਾ ਦਿੱਤਾ। ਜਦੋਂ ਭਾਰ ਪਿਆ ਤੇ ਥਰ ਤੋਂ ਧਰਤੀ ਹਿੱਲਣ ਲੱਗ ਪਈ। ਭਾਈ ਰਾਮ ਕੋਇਰ ਸਾਹਿਬ ਜੀ ਨੂੰ ਸਮਝ ਆ ਗਈ ਵੀ ਮੈਂ ਜਿਹੜੀ ਗੱਲ ਸਮਝਦਾ ਉਹ ਬੜੀ ਛੋਟੀ ਹੈ, ਇਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਨੇ, ਇਹ ਤਾਂ ਇਹਨਾਂ ਕੋਲ ਗਰਮਾਂ ਸਿੱਧੀਆਂ ਸਾਰੀਆਂ ਦੇ ਚਰਨਾਂ 'ਚ ਬਸਦੀਆਂ ਨੇ। ਕਹਿਣ ਲੱਗਾ ਮਹਾਰਾਜ ਮੈਨੂੰ ਧਰਤੀ 'ਚ ਨਗਾਓਗੇ, ਛੇਤੀ ਚੜ੍ਹ ਜਾਓ ਉੱਤੇ। ਮਹਾਰਾਜ ਕਹਿੰਦੇ ਤੁਸੀਂ ਤਾਂ ਤਗੜੇ ਹੋ, ਅਸੀਂ ਤਾਂ ਹੌਲੇ ਜਿਹੇ ਆ। ਕਹਿੰਦੇ ਨਹੀਂ ਮਹਾਰਾਜ ਤੁਸੀਂ ਜਾਣੀ ਜਾਣੋ, ਮੈਨੂੰ ਮਾਫ ਕਰੋ। ਇਹਨੂੰ ਕਹਿੰਦੇ ਗਰਮਤਾ, ਭਾਰਾਪਣ ਤੋਂ ਇਹ ਸਿੱਧੀ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਬਜ਼ੁਰਗੀ, ਵਡਿਆਈ, ਗਰਮਤਾ, ਇਹ ਦੇਖੋ ਮਹਾਰਾਜ ਸਾਰੇ ਅੱਖਰ ਵਰਤ ਰਹੇ ਹਨ। ਹਾਂਜੀ, ਸਿੰਘਨਾਦ ਕਮਸਾਨ, ਤੇ ਸਿੰਘੀ ਰਿਸ਼ ਤੋਂ ਲਿਆ ਸਿੰਘਨਾਦ। ਸਿੰਘਨਾਦ ਹੁੰਦਾ ਸ਼ੇਰ ਦੀ ਤਰ੍ਹਾਂ ਗੱਜਣਾ, ਜਿਵੇਂ ਸ਼ੇਰ ਨਹੀਂ ਭਵਕ ਮਾਰਦਾ ਜੰਗਲ 'ਚ, ਸਾਰੇ ਜਾਨ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋ। ਜਦੋਂ ਸ਼ੇਰ ਗੱਜਦਾ ਨਾ, ਮਿਰਗਾਂ ਦੀਆਂ ਡਾਰਾਂ ਭੱਜ ਜਾਂਦੀਆਂ, ਸਾਰੇ ਜੰਗਲ 'ਚ ਸਨਾਟਾ ਛਾ ਜਾਂਦਾ ਵੀ ਸ਼ੇਰ ਆ ਗਿਆ। ਏਦਾਂ ਯੋਧਾ ਵੀ ਜਦੋਂ ਜੰਗ 'ਚ ਗੱਜਦਾ, ਭਵਕ ਮਾਰਦਾ, ਦੁਸ਼ਮਣਾਂ ਦੇ ਦਿਲ ਦਹਿਲ ਜਾਂਦੇ। ਜਦੋਂ ਖੜਗ ਸਿੰਘ ਗਰਜਦਾ ਸੀ ਨਾ, ਤੇ ਉਸ ਵੇਲੇ ਦੁਸ਼ਮਣਾਂ ਦੇ ਹੌਸਲੇ ਪਸਤ ਹੋ ਜਾਂਦੇ ਸੀ ਉਹਦੀ ਗਰਜ ਸੁਣ ਕੇ। ਤੇ ਘਮਸਾਨ ਕਹਿੰਦੇ ਨੇ ਜੰਗ ਨੂੰ। ਇਹ ਵੀ ਫਿਰ ਦੂਜਾ ਅਰਥ, ਪਹਿਲਾਂ ਤਾਂ ਮਹਾਰਾਜ ਨੇ ਲਿਖਿਆ ਨਾ ਬਈ ਖੱਟ ਮੁਖ ਰਮਾ ਗਣੇਸ਼ ਪੁਨ ਸਿੰਘੀ ਰਖ ਘਨ ਸ਼ਿਆਮ। ਹੁਣ ਦੂਜਾ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ, ਖੜਗ ਰਮੈ ਤਨ ਗਰਮਤਾ। ਇਹ ਖੱਖੇ ਤੋਂ ਖੜਗ ਮੈਨੇ ਤਲਵਾਰ, ਰਮੇ ਤਨ ਸੋਹਣਾ ਸੁੰਦਰ ਸਰੂਪ, ਤੇ ਗਰਮਤਾ ਭਾਰਾ ਵਜਨਦਾਰ, ਤੇ ਵਡਿਆਈ ਵਾਲਾ, ਬਜ਼ੁਰਗੀ ਵਾਲਾ, ਅਤੇ ਰਿੱਧੀਆਂ ਸਿੱਧੀਆਂ ਦਾ ਮਾਲਕ। ਸਿੰਘਨਾਦ, ਜਦ ਸਿੰਘ ਤੋਂ ਉਹਦਾ ਵੀ ਸ਼ੇਰ ਤਰ੍ਹਾਂ ਗੱਜਦਾ, ਉਥੋਂ ਸੱਸਾ ਲਿਆ। ਘਮਸਾਨ ਤੋਂ ਘੱਗਾ ਲਿਆ। ਘਮਸਾਨ ਦਾ ਬੜਾ ਯੁੱਧ, ਬੜਾ ਵੱਡਾ ਜੰਗ, ਉਹਨੂੰ ਘਮਸਾਨ ਦਾ ਜੰਗ ਕਹਿੰਦੇ। ਉਹ ਸਾਰੀਆਂ ਚੀਜ਼ਾਂ ਲੈ ਕੇ, ਹਾਂਜੀ, ਪੰਜ ਵਰਨ ਕੋ ਗੁਣ ਲਿਓ, ਇਹਨਾਂ 5 ਚੀਜ਼ਾਂ ਦੇ ਗੁਣ ਲਏ ਨੇ। ਖੜਗ ਚੋਂ ਖੱਖਾ, ਇਹਦੇ ਕੋਲ ਖੜਗ ਵੀ ਹੈ, ਰਮੇਤਾ ਨੇ ਸੋਹਣਾ ਵੀ ਹੈ, ਔਰ ਗਰਮਤਾ ਗੱਗੇ ਤੋਂ ਇਹ ਭਾਰੀ ਵਜਨੀ ਵੀ ਚੋਧਾ ਵੀ ਹੈ, ਔਰ ਸਿੰਘਨਾਦ, ਔਰ ਕਹਿੰਦੇ ਸ਼ੇਰ ਦੀ ਤਰ੍ਹਾਂ ਇਹ ਗੱਜਦਾ ਵੀ ਹੈ। ਘਮਸਾਨ ਦਾ ਜੰਗ ਕਰਦਾ ਹੈ। 5 ਵਰਨਾਂ ਦੇ ਅੱਖਰ ਲੈ ਕੇ, ਪੰਜ ਵਰਨ ਕੋ ਗੁਣ ਲਿਓ ਇਹ ਭੂਪਤ ਬਲਵਾਨ। ਮਹਾਰਾਜ ਕ੍ਰਿਸ਼ਨ ਜੀ ਕਹਿੰਦੇ ਬਲਰਾਮ ਇਹ 5 ਅੱਖਰਾਂ ਦਾ ਗੁਣ ਲੈ ਕੇ, ਤੇ ਇਹ ਸਾਰੀਆਂ ਸ਼ਕਤੀਆਂ ਦੇ ਅੱਖਰ ਲੈ ਕੇ ਇਹਦਾ ਨਾਂ ਖੜਗ ਸਿੰਘ ਰੱਖਿਆ। ਇਹ ਗੁਣ ਧਾਮ, ਗੁਣਾਂ ਦਾ ਖਜ਼ਾਨਾ ਸੀ, ਬਲਵਾਨ ਸੀ। ਛਪੈ ਕਰਗ ਸਕਤ ਸਿਵ ਤਾਤ ਦਈ। ਹੁਣ ਮਹਾਰਾਜ ਫੇਰ ਦੱਸ ਰਹੇ ਨੇ, ਕਹਿੰਦੇ ਜਿਹੜੀ ਖੜਗ ਹੈ ਨਾ, ਇਹਨੂੰ ਉਹ ਸ਼ਿਵ ਜੀ ਦੇ ਪੁੱਤਰ ਕਾਰਤਿਕ ਖੱਟਮੁਖ ਨੇ ਦਿੱਤੀ। ਹਾਂਜੀ, ਹਾਂਜੀ, ਤੇ ਹੇਤ ਜੀਤ ਅਤ, ਇਸੇ ਕਰਕੇ ਮਹਾਜੇਤੂ ਹੈ। ਖੜਗ ਇਹਨੂੰ ਜਿਹੜੀ ਤਲਵਾਰ ਹੈ ਉਹ ਖੱਟਮੁਖ ਤੋਂ ਸਵਾਮੀ ਕਾਰਤਿਕ ਤੋਂ ਮਿਲੀ, ਉਹਦੀ ਉਪਾਸਨਾ ਕਰਕੇ ਇਸ ਨੇ ਲਈ ਹੈ। ਇਸ ਕਰਕੇ ਅਜੀਤ ਯੋਧਾ, ਕਿਸੇ ਕੋਲੋਂ ਜਿੱਤਿਆ ਨਹੀਂ ਜਾਂਦਾ, ਇਹਦੀ ਤੇਗ ਦੀ ਕੋਈ ਧਾਰ ਸਹਿ ਨਹੀਂ ਸਕਦਾ। ਹਾਂਜੀ, ਬਹੁਤ ਸੁੰਦਰਤਾ ਰਮਾ ਦਈ। ਔਰ ਜਿਹੜੀ ਇਹਨੂੰ ਸੁੰਦਰਤਾ ਦਿੱਤੀ ਹੈ ਉਹ ਰਮਾ ਨੇ ਦਿੱਤੀ, ਲక్ష్ਮੀ ਨੇ ਦਿੱਤੀ ਹੈ। ਲక్ష్ਮੀ ਨੇ ਆਪਣਾ ਹੁਸਨ ਦਿੱਤਾ, ਇਹਨੂੰ ਸੁੰਦਰਤਾ ਦਿੱਤੀ। ਜਿਵੇਂ ਪੁੱਤਰ ਨੂੰ ਮਾਂ ਆਪਣੀ ਸੁੰਦਰਤਾ ਦਿੰਦੀ, ਜਿੰਨੀ ਮਾਂ ਸੁੰਦਰ ਹੋਵੇਗੀ ਉਹਨਾਂ ਪੁੱਤਰ ਸੁੰਦਰ ਹੋਵੇਗਾ। ਭਾਈ ਪੰਡਿਤ ਨਿਹਾਲ ਸਿੰਘ ਜੀ ਨੇ ਲਿਖਿਆ ਨਾ, ਉਹ ਕਹਿੰਦੇ
ਆਪ ਸਮਾਨ ਜਨੇ ਸਤ ਸੁੰਦਰ, ਇਹ ਜਗ ਝੁੰਡਨ ਝੁੰਡ ਸੁਹਾਤੇ। ਸੋਹਣੀਆਂ ਮਾਵਾਂ ਸੋਹਣੇ ਪੁੱਤਰਾਂ ਨੂੰ ਜਨਮ ਦਿੰਦੀਆਂ ਨੇ, ਝੁੰਡਾਂ ਦੇ ਝੁੰਡ ਸੰਸਾਰ 'ਚ ਫਿਰਦੇ ਨੇ। ਤੋ ਇਸੇ ਤਰ੍ਹਾਂ ਕਹਿੰਦੇ ਬਹੁਤ ਸੁੰਦਰਤਾ ਰਮਾ ਦਈ, ਰਮਾ ਨੇ ਸੁੰਦਰਤਾ ਦਿੱਤੀ ਹੈ, ਹੁਸਨ ਦਿੱਤਾ ਹੈ। ਤਿਨ ਬਿਮਲ ਅਮਲ ਮਤ, ਇਹ ਨਿਰਮਲ ਮਤੀ ਵਾਲਾ, ਸੋਹਣੇ ਸਰੂਪ ਵਾਲਾ, ਇਹ ਕਹਿੰਦੇ ਲక్ష్ਮੀ ਦਾ ਪੁੱਤਰ, ਯਾਨੀ ਲక్ష్ਮੀ ਦੀ ਸੁੰਦਰਤਾ ਦਿੱਤੀ ਹੈ ਇਸ ਨੂੰ। ਗਰਮਾ ਸਿੱਧ ਗਣੇਸ਼ ਦਈ, ਜਿਹੜੀ ਗਰਮਾ ਸਿੱਧੀ ਹੈ, ਗਰਮਾ ਸਿੱਧੀ ਭਾਰਾਪਣ ਭਾਰਾ ਹੋ ਜਾਣਾ, ਇਹ ਸਿੱਧੀ ਜਿਹੜੀ ਹੈ ਇਸ ਨੂੰ ਗਣੇਸ਼ ਨੇ ਦਿੱਤੀ ਹੈ। ਤੇ ਹੇਤ ਜੀਤ ਅਤ, ਕਰਕੇ ਮਹਾਜੀਤ ਜਿੱਤਣ ਵਾਲਾ, ਇਹਨੂੰ ਕੋਈ ਜਿੱਤ ਨਹੀਂ ਸਕਿਆ, ਸਾਰਿਆਂ ਨੂੰ ਜਿੱਤਦਾ ਸੀ। ਗਰਮਾ ਸਿੱਧ ਗਣੇਸ਼ ਸਿੰਘ ਰਿਕ ਸਿੰਘ ਨਾਦ ਦੀ, ਔਰ ਸਿੰਘੀ ਰਿਸ਼ ਨੇ ਇਹਨੂੰ ਸਿੰਘ ਨਾਦ ਦਿੱਤਾ। ਸਿੰਘੀ ਰਿਸ਼ ਤੋਂ ਇਹਨੇ ਕੀ ਲਿਆ? ਸ਼ੇਰ ਤਰ੍ਹਾਂ ਗੱਜਦਾ ਸੀ, ਦਹਾੜ ਮਾਰਦਾ ਸੀ, ਸੱਤੇ ਲੋਕ ਪਤਾਲ ਆਕਾਸ਼ ਕੰਬ ਜਾਂਦੇ ਸਨ ਇਹਦੀ ਦਹਾੜ ਦੇ ਸਾਹਮਣੇ। ਹਾਂਜੀ, ਕਰਤ ਅਧਿਕ ਕਮਸਾਨ, ਤੇ ਇਹ ਬੜਾ ਕਮਸਾਨ ਯੁੱਧ ਕਰਦਾ ਸੀ। ਇਹਨੂੰ ਕਿੱਥੋਂ ਮਿਲਿਆ ਕਮਸਾਨ ਸ਼ਬਦ? ਕਮਸਾਨ ਕਿਉਂ ਕਰਦਾ ਸੀ? ਇਹ ਘਨ ਸ਼ਿਆਮ ਹੇਤ ਕੀ, ਇਹ ਘਨ ਸ਼ਿਆਮ ਨੇ ਦਿੱਤਾ, ਮੈਂ ਦਿੱਤਾ ਕਹਿੰਦੇ ਕ੍ਰਿਸ਼ਨ ਜੀ ਕਹਿੰਦੇ। ਇਹ ਸਾਰੀਆਂ ਸ਼ਕਤੀਆਂ ਇਕੱਠੀਆਂ ਹੋਈਆਂ ਤਾਂ ਖੜਗ ਸਿੰਘ ਬਣਿਆ। ਵੱਖਰੇ ਵੱਖਰੇ ਅੰਗਲਾਂ ਤੋਂ ਮਾਰੇ ਨੇ ਅਰਥ ਦੱਸ ਦਿੱਤੇ ਆ ਖੜਗ ਸਿੰਘ ਦੇ। ਹਾਂਜੀ, ਇਹ ਵਿਦ ਪ੍ਰਕਾਸ਼ ਭੂਪਤ ਕੀਓ, ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਲਿਖਦੇ ਕਿ ਇਸ ਪ੍ਰਕਾਰ ਨਾਲ ਇਹ ਖੜਗ ਸਿੰਘ ਦਾ ਪ੍ਰਕਾਸ਼ ਹੋਇਆ। ਇਹ ਖੜਗ ਸਿੰਘ ਜੰਮਿਆ, ਇਹ ਖੜਗ ਸਿੰਘ ਮਾਂ ਦੇ ਪੇਟੋਂ ਨਹੀਂ ਜੰਮਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਇਹਨਾਂ ਸ਼ਕਤੀਆਂ ਦੀ ਸੁਰਤ ਵਿੱਚੋਂ ਜੰਮਿਆ, ਗੁਰੂ ਗੋਬਿੰਦ ਸਿੰਘ ਦੀ ਸੁਰਤ ਵਿੱਚੋਂ ਜੰਮਿਆ। ਗੁਰੂ ਸਾਹਿਬ ਨੇ ਆਪਣੀ ਸੁਰਤ ਵਿੱਚ ਜੋਧਾ ਪੈਦਾ ਕੀਤਾ। ਇਹ ਗੱਲ ਨੂੰ ਆਮ ਲੋਕ ਨਹੀਂ ਸਮਝ ਸਕਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਅਨੁਭਵ ਦੀ ਗੱਲ ਹੈ। ਕਹਿੰਦੇ ਨੇ ਵੀ ਇਸ ਤਰ੍ਹਾਂ ਪ੍ਰਕਾਸ਼ ਹੋਇਆ ਇਹਨਾਂ ਸ਼ਕਤੀਆਂ ਦਾ ਇਕੱਠਾ ਕਰਕੇ ਸੁਮੇਲ, ਉਹਦੇ ਵਿੱਚੋਂ ਖੜਗ ਸਿੰਘ ਪੈਦਾ ਕੀਤਾ ਹੈ। ਸੁਨ ਹਲ ਤਰ ਇਮ ਭਾਖਿਓ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹੈ ਕ੍ਰਿਸ਼ਨ, ਹੈ ਬਲਰਾਮ, ਇਹ ਤੈਨੂੰ ਦੱਸਿਆ ਗੁੱਝਾ ਭੇਦ, ਇਹ ਰਮਜ ਵਾਲੀ ਗੱਲ ਹੈ ਜਿਹੜੀ ਤੈਨੂੰ ਸਮਝਾਈ ਹੈ ਅਸੀਂ। ਬ੍ਰਜਨਾਥ ਅਨਾਥ ਸਨਾਥ ਤੁਮ, ਇਹ ਸੁਣ ਕੇ ਬਲਰਾਮ ਨੇ ਹੱਥ ਜੋੜ ਲਏ, ਕਹਿਣ ਲੱਗਾ हे ਭਗਵਾਨ ਜੀ, हे ਕ੍ਰਿਸ਼ਨ ਜੀ, हे ਬ੍ਰਜਨਾਥ ਜੀ, ਤੁਸੀਂ ਅਨਾਥਾਂ ਨੂੰ ਸਨਾਥ ਕਰਨ ਵਾਲੇ ਹੋ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ। ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ, ਜਿਹਦਾ ਕੋਈ ਨਹੀਂ ਦੁਨੀਆ ਵਿੱਚ ਉਹਦੇ ਤੁਸੀਂ ਹੋ ਮਹਾਰਾਜ। ਅਨਾਥਾਂ ਦੇ ਨਾਥ, ਅਨਾਥਾਂ ਨੂੰ ਸਨਾਥ ਕਰਨ ਵਾਲੇ ਹੋ ਤੁਸੀਂ। ਵੱਡੋ ਸਤਰ ਰਨ ਮਧ ਹਯੋ, ਬੜਾ ਵੱਡਾ ਸ਼ਤਰੂ ਸੀ, ਤੁਸੀਂ ਜੰਗ 'ਚ ਮਾਰ ਲਿਆ ਖੜਗ ਸਿੰਘ। ਜਿਵੇਂ ਤੁਸੀਂ ਉਹਦੀ ਗੁਣ ਦੱਸ ਰਹੇ ਹੋ, ਸ਼ਕਤੀ ਉਹਨੂੰ ਮਾਰ ਨਹੀਂ ਸੀ ਸਕਦਾ ਕੋਈ, ਫਿਰ ਵੀ ਤੁਸੀਂ ਉਸ ਨੂੰ ਮਾਰ ਲਿਆ ਹੈ। ਸੋਰਠ ਪੁਨ ਬੋਲਿਓ ਬ੍ਰਜ ਚੰਦ, ਇਹ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਫਿਰ ਬੋਲੇ, ਸੰਕਰਖਣ ਸੋ ਕਿਰਪਾ ਕਰ। ਸੰਕਰਖਣ ਨੂੰ ਦੱਸ ਰਹੇ ਨੇ। ਸੰਕਰਖਣ ਬਲਰਾਮ ਦਾ ਨਾਮ ਹੈ। ਇਹ ਬਲਰਾਮ ਦੇ ਬੜੇ ਨਾਮ ਆਉਂਦੇ ਨੇ, ਹਲੀ, ਹਲ, ਤਰ, ਮੁਸਲੀ, ਸੰਕਰਖਣ ਤੇ ਹੋਰ ਵੀ ਕਈ ਨਾਮ ਮਹਾਰਾਜ ਦਸਮ ਪਾਤਸ਼ਾਹ ਨੇ ਲਿਖੇ ਨੇ। ਸੰਕਰਖਣ ਦੇ ਦੋ ਕਾਰਨ ਲਿਖੇ ਨੇ ਭਾਈ ਕਾਹਨ ਸਿੰਘ ਜੀ ਨਾਭਾ ਨੇ। ਉਹ ਕਹਿੰਦੇ ਸੰਕਰਖਣ ਦਾ ਮਤਲਬ ਹੁੰਦਾ ਇਦਾਂ ਖਿੱਚ ਲੈਣਾ, ਇਕੱਠੇ ਕਰ ਲੈਣਾ। ਖਿੱਚ ਲੈਣ ਨੂੰ ਸੰਕਰਖਣ ਕਹਿੰਦੇ ਨੇ, ਸਮੇਟ ਲੈਣਾ। ਤੇ ਕਹਿੰਦੇ ਇਹਦੇ ਦੋ ਕਾਰਨ ਨੇ। ਇੱਕ ਦਾ ਪਹਿਲਾ ਕਾਰਨ ਸੰਕਰਖਣ ਸ਼ਬਦ ਦਾ ਇਹ ਹੈ ਕਿ ਜਦੋਂ ਇਹ ਹਲਧਰ ਬਲਰਾਮ ਮਾਂ ਦੇਵਕੀ ਦੇ ਪੇਟ ਵਿੱਚ ਆ ਗਿਆ, ਇਹ ਮਾਂ ਦੇਵਕੀ ਦਾ 7ਵਾਂ ਬੱਚਾ ਸੀ। 6 ਬੱਚੇ ਜਿਹੜੇ ਸਨ ਉਹ ਪਹਿਲਾਂ ਕੰਸ ਨੇ ਜੰਮਦੇ ਹੀ ਮਾਰ ਦਿੱਤੇ ਸੀ। ਜੇਲ੍ਹ ਵਿੱਚ ਰੱਖਿਆ ਹੋਇਆ ਸੀ ਨਾ ਦੇਵਕੀ ਨੂੰ ਤੇ ਵਾਸੁਦੇਵ ਨੂੰ, ਵੀ ਇਹਨਾਂ ਦਾ ਬੱਚਾ ਜਿਹੜਾ ਵੀ ਜੰਮੇਗਾ ਨਾਲ ਦੀ ਨਾਲ ਮਾਰ ਦੇਣਾ। ਤੇ ਉਹ ਨਾਲ ਦੀ ਨਾਲ ਬੱਚੇ ਮਾਰ ਦਿੰਦਾ ਸੀਗਾ। ਜਦੋਂ ਇਹ 7ਵਾਂ ਬੱਚਾ ਹੋਣ ਵਾਲਾ ਸੀ, ਵਾਸੁਦੇਵ ਤੇ ਦੇਵਕੀ ਨੂੰ ਭਗਵਾਨ ਨੇ ਕਿਹਾ, ਪਰਮੇਸ਼ਰ ਨੇ ਅੰਦਰੋਂ ਹੀ ਫੁਰਨਾ ਕਰਦਾ ਸਾਰਿਆਂ ਦੇ, ਉਹਨਾਂ ਕਿਹਾ ਵੀ ਇਹਨੂੰ ਦੂਸਰੀ ਜਿਹੜੀ ਤੇਰੀ ਪਤਨੀ ਹੈ ਰੋਹਿਣੀ, ਉਹਦੇ ਪੇਟ 'ਚ ਪਹੁੰਚਾ ਦਿਓ। ਤਾਂ ਮੰਤਰਾਂ ਦੇ ਬਲ ਨਾਲ ਇੱਕ ਪੇਟ 'ਚੋਂ ਕੱਢ ਕੇ ਬੱਚਾ ਦੂਜੇ ਪੇਟ 'ਚ ਪਹੁੰਚਾ ਦਿੱਤਾ ਸੀ। ਅੱਜ ਕੱਲ੍ਹ ਇਹ ਡਾਕਟਰ ਜਿਹੜੇ ਮੈਡੀਕਲ ਵਾਲੇ, ਸਾਇੰਸ ਵਾਲੇ ਇੱਦਾਂ ਦੀ ਖੋਜਾਂ ਲੱਗ ਪਏ ਕਰਨ, ਟਿਊਬਾਂ ਨਾਲ ਬੱਚੇ ਕਰਨੇ ਜਾਂ ਹੋਰ ਤਰੀਕੇ ਨਾਲ ਇੱਕ ਦੂਜੇ ਪਾਸੇ ਸ਼ਿਫਟ ਕਰ ਦੇਣਾ। ਇਹ ਵਿਦਿਆ ਬਹੁਤ ਪਹਿਲਾਂ ਹੋ ਚੁੱਕੀ ਹੈ ਇੱਕ ਵਾਰੀ ਇੱਦਾਂ ਦੀ, ਵੀ ਇੱਕ ਪੇਟ ਵਿੱਚੋਂ ਬੱਚਾ ਕੱਢ ਕੇ ਦੇਵਕੀ ਦੇ ਪੇਟ ਵਿੱਚੋਂ ਤੇ ਉਹ ਰੋਹਿਣੀ ਦੇ ਪੇਟ 'ਚ ਪਹੁੰਚਾ ਦਿੱਤਾ। ਸੰਕਰਖਣ ਕਰ ਲਿਆ, ਖਿੱਚ ਲਿਆ। ਇਹਦਾ ਮਤਲਬ ਇਹ ਸੰਕਰਖਣ ਦਾ। ਦੂਜਾ ਅਰਥ
ਕਹਿੰਦੇ ਇਹ ਫਿਰ ਆਪਣੇ ਹੱਥ 'ਚ ਹਲ ਰੱਖਦਾ ਸੀਗਾ, ਜਿਹਨੂੰ ਮਾਰਨਾ ਹੁੰਦਾ ਸੀ ਉਹਦੇ ਗਲ 'ਚ ਹਲ ਪਾ ਕੇ ਉਹਨੂੰ ਏਦਾਂ ਖਿੱਚ ਲੈਂਦਾ ਸੀਗਾ ਤੇ ਮਾਰ ਦਿੰਦਾ ਸੀ। ਇਸ ਕਰਕੇ ਵੀ ਇਹਨੂੰ ਸੰਕਰਖਣ ਕਹਿੰਦੇ। ਸੋ ਭਗਵਾਨ ਕ੍ਰਿਸ਼ਨ ਜੀ ਸੰਕਰਖਣ ਨੂੰ ਕਹਿੰਦੇ ਹਨ। ਜਾਦਵ ਇੱਕ ਮਤ ਮੰਦ। ਇੱਕ ਹੋਰ ਗੱਲ ਹੈ, ਉਹ ਸੁਣ, ਉਹ ਭਰਾ ਜੀ ਗੱਲ ਇਹ ਹੈ ਵੀ ਆਪਣੀ ਬਰਾਦਰੀ ਜਾਦਵਾਂ ਦੀ। ਕ੍ਰਿਸ਼ਨ ਜੀ ਜਾਦਵ ਸਨ, ਜਾਦਵ ਸਿੰਘ ਦੇ ਪਿਤਾ ਜੀ ਜਾਦਵ ਸੀ, ਸਾਰਾ ਇਹਨਾਂ ਦਾ ਕੁਲ। ਕਹਿੰਦੇ ਆਪਣੀ ਜਿਹੜੀ ਜਾਦਵਾਂ ਦੀ ਕੁਲ ਹੈ ਨਾ, ਇਹ ਬੜੀ ਬੁੱਧੀ ਭ੍ਰਿਸ਼ਟ ਹੋ ਗਈ ਇਹਨਾਂ ਦੀ। ਕਹਿੰਦਾ ਇਹ ਹੋ ਗਏ ਹੰਕਾਰੀ, ਇਹਨਾਂ ਦਾ ਹੰਕਾਰ ਤੋੜਨ ਲਈ ਇਹ ਕੰਮ ਕੀਤਾ ਹੈ। ਹਾਂਜੀ, ਗਰਭ ਕਰਾਂ ਬਹੁ ਪੁਜਾ ਕੋ। ਇਹ ਸਾਡੀ ਬਰਾਦਰੀ ਵਾਲੇ ਜਿਹੜੇ ਨੇ ਨਾ, ਇਹ ਆਪਣੀ ਬਾਹਾਂ ਦਾ ਬੜਾ ਹੰਕਾਰ ਕਰਦੇ ਨੇ। ਇਹ ਜਿਹੜੇ ਛਤਰੀ ਨੇ, ਇਹ ਜਾਦਵ ਆਪਣੇ ਬਾਹੂ ਬਲ ਦੇ ਉੱਤੇ ਇਹਨਾਂ ਨੂੰ ਆਪਣੀ ਸ਼ਕਤੀ ਦਾ ਬੜਾ ਹੰਕਾਰ ਹੋ ਗਿਆ ਸੀ। ਹਾਂਜੀ, ਚੌਪਈ ਜਾਦਵ ਬੰਸ ਮਾਨ ਪਇਓ ਭਾਰੀ। ਕ੍ਰਿਸ਼ਨ ਜੀ ਕਹਿੰਦੇ ਵੀ ਆਪਣੀ ਜਾਦਵ ਕੁਲ ਵਿੱਚ ਨਾ ਮਾਣ ਹੰਕਾਰ ਬਹੁਤ ਹੋ ਗਿਆ। ਬਹੁਤ ਮੇਰੇ ਭਰਾ ਜਿਹੜੇ ਨੇ, ਮੇਰੇ ਭਤੀਜੇ ਨੇ, ਮੇਰੀ ਬਰਾਦਰੀ ਹੈ, ਮੇਰੇ ਚਾਚੇ ਤਾਏ ਨੇ, ਬੜੇ ਫੂਫਾਂ ਬੜੀ ਕਰਦੇ ਕਹਿੰਦੇ ਆਪਣੇ ਮਨ ਵਿੱਚ। ਹਾਂਜੀ, ਰਾਮ ਸ਼ਾਮ ਹਮਰੇ ਰਖਵਾਰੀ। ਤੇ ਇਹ ਜ਼ਿਆਦਾ ਸਾਡੇ ਤੇ ਵੀ ਭਰੋਸਾ ਕਰਦੇ ਸੀ। ਹੰਕਾਰ ਇਸ ਗੱਲ ਦਾ ਸੀ ਵੀ ਕ੍ਰਿਸ਼ਨ ਤੇ ਬਲਰਾਮ ਸਾਡੀ ਰਾਖੀ ਕਰਨ ਵਾਲੇ ਹਨ। ਰਾਮ ਬਲਰਾਮ ਨੂੰ ਕਹਿੰਦੇ ਨੇ ਤੇ ਸ਼ਿਆਮ ਕ੍ਰਿਸ਼ਨ ਜੀ ਆਪਣੇ ਆਪ ਨੂੰ ਕਹਿੰਦੇ। ਆਪਣੇ ਦੋਵਾਂ ਭਾਈਆਂ ਦਾ ਵੀ ਬੜਾ ਮਾਣ ਕਰਦੇ ਸੀ ਵੀ ਇਹ ਸਮਝਦੇ ਸੀ ਵੀ ਕ੍ਰਿਸ਼ਨ ਦੇ ਹੁੰਦਿਆਂ ਤੇ ਬਲਰਾਮ ਦੇ ਹੁੰਦਿਆਂ ਸਾਨੂੰ ਕਿਸੇ ਦੀ ਕੀ ਪਰਵਾਹ, ਇਹ ਸਾਡੀ ਰਾਖੀ ਕਰਨ ਵਾਲੇ ਹਨ। ਹਾਂਜੀ, ਡੀਠ ਆਨ ਕੋ ਆਨਤ ਨਹੀਂ। ਸਾਡੇ ਉੱਤੇ ਮਾਣ ਕਰਕੇ ਇਹ ਦੂਜਿਆਂ ਨੂੰ ਆਪਣੀ ਅੱਖ ਥੱਲੇ ਨਹੀਂ ਸੀ ਲਿਆਉਂਦੇ, ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਹਾਂਜੀ, ਤਾਕੋ ਫਲ ਪਾਇਓ ਜਗ ਮਾਹੀ। ਇਹਦਾ ਫਲ ਇਹਨਾਂ ਨੇ ਪਾ ਲਿਆ ਹੈ ਜਗਤ ਵਿੱਚ। ਗਰਭ ਪ੍ਰਹਾਰੀ ਸ਼੍ਰੀ ਧਨ ਜਾਨੋ। ਕਹਿੰਦੇ ਭਗਵਾਨ ਜੀ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ, ਹੇ ਬਲਰਾਮ ਜੀ, ਜੋ ਪਰਮੇਸ਼ਰ ਹੈ ਨਾ, ਉਹ ਹੰਕਾਰ ਤੋੜਨ ਵਾਲਾ ਹੈ। ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਉਹ ਭਗਵਾਨ ਪਰਮੇਸ਼ਰ ਜੋ ਸ੍ਰੀ ਧਰਮ ਮਾਇਆ ਨੂੰ ਧਾਰਨ ਕਰਨ ਵਾਲਾ ਹੈ, ਉਹ ਗਰਭ ਪ੍ਰਹਾਰੀ ਹੈ। ਕਿਸੇ ਦਾ ਵੀ ਹੰਕਾਰ ਨਹੀਂ ਰਹਿਣ ਦਿੰਦਾ। ਹੰਕਾਰ ਨਹੀਂ ਕਿਸੇ ਦਾ ਚੰਗਾ ਨੂੰ ਚੰਗਾ ਲੱਗਦਾ, ਹੰਕਾਰ ਤੋੜ ਦਿੰਦਾ ਹੈ। ਮੇਰੋ ਕਹਿਓ ਸਾਚ ਕਰ ਮਾਨੋ। ਮੇਰਾ ਕਿਹਾ ਸੱਚ ਕਰਕੇ ਮੰਨ ਲਓ ਕਿ ਭਗਵਾਨ ਜਿਹੜਾ ਹੈ ਉਹ ਹੰਕਾਰ ਨੂੰ ਖਤਮ ਕਰਦਾ ਹੈ। ਤੇ ਕੇ ਹੇਤ ਭੂਪ ਅਵਤਰਿਓ। ਹੇ ਭਰਾ ਜੀ, ਹੇ ਬਲਰਾਮ ਜੀ, ਇਹਨਾਂ ਦਾ ਹੰਕਾਰ ਤੋੜਨ ਲਈ ਨਾ, ਆਪਣੀ ਬਰਾਦਰੀ ਵਾਲਿਆਂ ਦਾ, ਇਹ ਮੈਂ ਖੜਗ ਸਿੰਘ ਪੈਦਾ ਕੀਤਾ। ਖੜਗ ਸਿੰਘ ਪੈਦਾ ਕਿਉਂ ਹੋਇਆ? ਵੀ ਜਾਦਵਾਂ ਦਾ ਹੰਕਾਰ ਨਾਸ ਹੋ ਜਾਵੇ, ਇਹਨਾਂ ਦੀ ਆਕੜ ਟੁੱਟ ਜਾਵੇ, ਇਹਨਾਂ ਨੂੰ ਪਤਾ ਲੱਗ ਜੇ ਵੀ ਸ਼ੇਰ ਨੂੰ ਸਵਾ ਸ਼ੇਰ ਵੀ ਟੱਕਰ ਜਾਂਦੇ। ਹਾਂਜੀ, ਇਹ ਵਿਦ ਜਾਨ ਵਿਧਾਤਾ ਕਰਿਓ। ਕਹਿੰਦੇ ਇਹ ਵਿਧਾਤਾ ਨੇ, ਪਰਮੇਸ਼ਰ ਨੇ, ਵਾਹਿਗੁਰੂ ਨੇ ਖੜਗ ਸਿੰਘ ਪੈਦਾ ਕੀਤਾ ਸੀ। ਦੋਹਰਾ ਕਹਾਂ ਰੰਗ ਭੂਪਾਲੇ। ਫਿਰ ਕ੍ਰਿਸ਼ਨ ਜੀ ਕਹਿੰਦੇ, ਇਹ ਬਲਰਾਮ ਜੀ, ਇਹ ਵਿਚਾਰਾ ਖੜਗ ਸਿੰਘ ਕੀ ਚੀਜ਼ ਸੀ? ਗਰੀਬ ਜਾਂ ਕੰਗਲਾ ਜਾਂ ਕਹਿੰਦੇ, ਇਹ ਵੀ ਕੋਈ ਵੱਡੀ ਚੀਜ਼ ਨਹੀਂ ਹੈ। ਹਾਂਜੀ, ਕਰਿਓ ਇਤੋ ਸੰਗਰਾਮ। ਜਿਹਨੇ ਐਡਾ ਯੁੱਧ ਕਰ ਲਿਆ, ਐਡਾ ਜੰਗ ਕੀਤਾ ਜਿਹਨੇ, ਇਹ ਵਿਚਾਰੀ ਕੋਈ, ਇਹਦੀ ਵੀ ਕੀ ਔਕਾਤ ਹੈ? ਸੰਸਾਰ 'ਚ ਕਿਸੇ ਦੀ ਵੀ ਕੋਈ ਔਕਾਤ ਨਹੀਂ। ਆਖੋ ਸਤਨਾਮ ਸ੍ਰੀ ਅਕਾਲ। ਕਿਸੇ ਦੀ ਵੀ ਕੋਈ ਔਕਾਤ ਨਹੀਂ, ਇੱਕ ਪਰਮੇਸ਼ਰ ਨੂੰ ਛੱਡ ਕੇ ਬਾਕੀ ਸਾਰੇ ਮਿੱਟੀ ਦੇ ਖਿਡੌਣੇ ਹੀ ਹਨ। ਹਾਂਜੀ, ਜਾਦਵ ਗਰਭ ਵਿਨਾਸ਼ ਹਿਤ। ਮਹਾਰਾਜ ਕਹਿੰਦੇ ਇਹ ਸਿਰਫ ਜਾਦਵਾਂ ਦੇ ਹੰਕਾਰ ਤੋੜਨ ਲਈ ਇੰਨਾ ਕੁ ਬਲੀ ਪੈਦਾ ਕੀਤਾ ਸੀ ਅਸੀਂ, ਹੋਰ ਇਹਦਾ ਕੋਈ ਕਾਰਨ ਨਹੀਂ ਸੀ। ਹਾਂਜੀ, ਉਪਜਾਇਓ ਸ਼੍ਰੀ ਰਾਮ। ਸ੍ਰੀ ਪਰਮੇਸ਼ਰ ਵਾਹਿਗੁਰੂ ਜੀ ਨੇ, ਰਾਮ ਜੀ ਨੇ, ਅਕਾਲ ਪੁਰਖ ਜੀ ਨੇ ਇਹ ਖੜਗ ਸਿੰਘ ਸਿਰਫ ਜਾਦਵਾਂ ਦਾ ਹੰਕਾਰ ਪੈਦਾ ਤੋੜਨ ਲਈ ਪੈਦਾ ਕੀਤਾ ਸੀ, ਹੋਰ ਕਿਸੇ ਕੰਮ ਲਈ ਨਹੀਂ ਸੀ। ਹਾਂਜੀ, ਚੌਪਈ ਜਾਦਵ ਕੁਲ ਤੇ ਗਰਭ ਨਾ ਗਇਓ। ਪਰ ਕ੍ਰਿਸ਼ਨ ਜੀ ਕਹਿੰਦੇ, ਹੇ ਭਰਾ ਜੀ, ਜਾਦਵਾਂ ਦੀ ਕੁਲ ਚੋਂ ਹੰਕਾਰ ਅਜੇ ਵੀ ਨਹੀਂ ਗਿਆ। ਕਹਿੰਦੇ ਆਕੜ ਅਜੇ ਵੀ ਬਣੀ ਇਹਨਾਂ ਦੀ, ਅਜੇ ਕਿਹੜਾ ਖਤਮ ਹੋ ਗਈ ਹੈ? ਕਹਿੰਦਾ ਹਾਂਜੀ, ਇਨਕੇ ਨਾਸ ਹੇਤ ਰਿਖ ਭਇਓ। ਕੋਈ ਗੱਲ ਨਹੀਂ, ਇਹਨਾਂ ਦਾ ਨਾਸ ਕਰਨ ਲਈ ਦੁਰਵਾਸ਼ਾ ਰਿਸ਼ੀ ਪੈਦਾ ਹੋ ਗਿਆ, ਉਹ ਇਹਨਾਂ ਨੂੰ ਮਾਰੇਗਾ, ਉਹ ਇਹਨਾਂ ਨੂੰ ਖਤਮ ਕਰੇਗਾ। ਕਹਿੰਦੇ ਹਾਂਜੀ, ਦੁਖ ਕੈ ਸ਼ਰਾਪ ਮਨੀਸ਼ਵਰ ਦੈ। ਆਉਣ ਵਾਲਾ ਸਮਾਂ ਕ੍ਰਿਸ਼ਨ ਜੀ ਦੱਸ ਰਹੇ, ਕਹਿੰਦੇ ਕਿ ਸਮਾਂ ਆਏਗਾ ਜਦੋਂ ਇਹਨਾਂ ਨੂੰ ਦੁਰਵਾਸ਼ਾ ਰਿਸ਼ੀ ਸ਼ਰਾਪ ਦੇਵੇਗਾ। ਹਾਂਜੀ, ਇੱਕ ਸਮੇਂ ਸਭੀ ਕੋ ਛੈ ਹੈ। ਇਹ ਸਾਰੇ ਮਰ ਜਾਣ। ਰਾਣੀ ਚਾਹੁੰਦਾ ਨਾ, ਦੁਰਵਾਸ਼ਾ ਸਿਉਂ ਕਰਤ ਠਗੋਰੀ, ਜਾਦਵ ਇਹ ਫਲ ਪਾਏ। ਦੁਰਵਾਸ਼ਾ ਦੇ ਨਾਲ ਮਜ਼ਾਕ ਕੀਤਾ ਜਾਦਵਾਂ ਦੇ ਮੁੰਡਿਆਂ ਨੇ। ਕ੍ਰਿਸ਼ਨ ਦੇ ਪੋਤਰੇ ਦੇ ਪ੍ਰਦੁਮਨ ਦੇ ਪੇਟ ਤੇ ਬਾਟੀ ਬੰਨ੍ਹ ਲਈ, ਕੁੜੀਆਂ ਵਾਲੇ ਪਾ ਲਏ ਕੱਪੜੇ, ਉਹਨੂੰ ਗੁੱਤਗੱਤ ਕਰਕੇ
ਕੁੜੀ ਬਣਾ ਕੇ ਵਿਆਹੀ ਹੋਈ ਤੇ ਨਾਲ ਦੂਜੇ ਮੁੰਡੇ 5 10 20 50 ਜਿੰਨੇ ਜਾਦਵ ਸੀਗੇ ਟਿਚਰਬਾਜੀ ਕਰਨ ਲਈ ਦੁਰਵਾਸ਼ਾ ਤਪ ਕਰ ਰਿਹਾ ਸੀ, ਉਹਦੇ ਕੋਲ ਚਲੇ ਗਏ। ਦੁਰਵਾਸ਼ਾ ਕ੍ਰਿਸ਼ਨ ਜੀ ਦਾ ਗੁਰੂ ਸੀਗਾ ਤੇ ਉੱਥੇ ਨੇੜੇ ਹੀ ਤਪ ਕਰਦਾ ਸੀ। ਉਹਦੇ ਜੰਗਲ 'ਚ ਜਾ ਕੇ ਉਹਨੂੰ ਜਾ ਕੇ ਮੱਥਾ ਟੇਕ ਕੇ ਕਹਿਣ ਲੱਗੇ, ਮਹਾਰਾਜ ਜੀ, ਰਿਸ਼ੀ ਜੀ, ਇੱਕ ਬੇਨਤੀ ਹੈ, ਗੱਲ ਪੁੱਛਣੀ ਚਾਹੁੰਦੇ। ਉਹ ਕਹਿੰਦੇ, ਦੱਸੋ ਕੀ ਪੁੱਛਣਾ? ਕਹਿੰਦੇ, ਆ ਲੜਕੀ ਨਾ, ਇਹਦੇ ਬੱਚਾ ਹੋਣ ਵਾਲਾ ਪੇਟ ਵਿੱਚ, ਇਹ ਦੱਸੋ ਮੁੰਡਾ ਹੋਏਗਾ ਕੁੜੀ ਹੋਏਗੀ? ਉਹ ਸਮਝ ਗਿਆ ਵੀ ਇਹ ਮੈਨੂੰ ਟੀਚਰ ਕਰਨਾ ਹੈ। ਕਹਿੰਦਾ, ਇਹਦੇ ਪੇਟ ਤੋਂ ਉਹ ਜੰਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ ਕਰ ਦੇਗਾ। ਸਾਰੀ ਕੁਲ ਨੂੰ ਨਾਸ ਕਰਨ ਦਾ ਦੁਰਵਾਸ਼ੇ ਨੇ ਬਚਨ ਕਰਤਾ। ਡਰ ਗਏ, ਵਾਪਸ ਕ੍ਰਿਸ਼ਨ ਜੀ ਕੋਲ ਆਏ, ਕਹਿਣ ਲੱਗੇ, ਮਹਾਰਾਜ ਵੀ ਐਦਾਂ ਦਾ ਬਚਨ ਹੋਇਆ ਸਾਡੇ ਕੋਲ, ਅਸੀਂ ਤਾਂ ਬਚਪਨਾ ਕੀਤਾ, ਪਰ ਉਧਰੋਂ ਸ਼ਰਾਬ ਬੜਾ ਡਾਢਾ ਮਿਲ ਗਿਆ। ਉਹ ਕਹਿੰਦੇ, ਫਿਰ ਸੰਤਾਂ ਨਾਲ ਮਸ਼ਕਰੀ ਥੋੜਾ ਕਰੀਦੀ। ਸੰਤਨ ਸੇਤੀ ਮਸ਼ਕਰੀ ਹੈ ਡੂਬਣ ਕੇ ਕਾਮ। ਸੰਤਾਂ ਨਾਲ ਮਸ਼ਕਰੀ ਕਰਨੀ ਡੁੱਬਣ ਦੇ ਕੰਮ, ਮਾੜਾ ਕੰਮ। ਸਾਧੂ ਸੰਤ ਪਰਮੇਸ਼ਰ ਦਾ ਰੂਪ ਹੁੰਦੇ, ਕਦੀ ਟਿਚਰਬਾਜੀ ਨਾ ਕਰੋ, ਕਦੀ ਉਹਨਾਂ ਦੀ ਨਿਰਾਦਰੀ ਨਾ ਕਰੋ। ਤੁਸੀਂ ਗਲਤੀ ਕੀਤੀ, ਬਹੁਤ ਵੱਡੀ ਗਲਤੀ ਕੀਤੀ। ਤੇ ਏਦਾਂ ਵੀ ਹੁਣ ਬਾਟੀ ਖੋਲੋ ਇਹਦੇ ਪੇਟ ਤੋਂ। ਉਹ ਪੇਟ ਤੋਂ ਬਾਟੀ ਖੋਲੀ, ਉਹਦੇ ਵਿੱਚੋਂ ਲੋਹੇ ਦਾ ਮੂਸਲ ਨਿਕਲਿਆ, ਐਡਾ ਸਾਰਾ ਲੋਹਾ ਹੀ ਲੋਹਾ, ਜਿਵੇਂ ਕੋਈ ਲੋਹੇ ਦਾ ਕੋਈ ਲੱਠ ਹੋਵੇ, ਇਹੋ ਜਿਹੀ ਕੋਈ ਚੀਜ਼ ਨਿਕਲੀ, ਲੋਹਾ ਨਿਕਲਿਆ। ਕਹਿੰਦੇ, ਇਹ ਕੀ ਹੈ? ਕਹਿੰਦੇ, ਬਸ ਇਹੀ ਹੈ, ਇਹਨੂੰ ਖਤਮ ਕਰ ਦਿਓ ਜੇ ਬਚਣਾ ਤਾਂ। ਉਹਨੇ ਖਤਮ ਕਰਨਾ ਕਿਵੇਂ ਸੀ? ਲੋਹੇ ਨੂੰ ਖਤਮ ਕਰਨ ਦਾ ਤਰੀਕਾ ਘਸਾ ਦਿਓ। ਉਹ ਪੱਥਰ ਦੇ ਉੱਤੇ ਰਗੜਨ ਲੱਗ ਪਏ, ਜਿਉਂ ਲੱਗੇ ਨਦੀ ਦੇ ਕੰਢੇ ਤੇ ਜਮਨਾ ਦੇ ਰਗੜਨ। ਉਹ ਰਗੜੀ ਜਾਣ, ਰਗੜੀ ਜਾਣ, ਰਗੜੀ ਜਾਣ। ਉਹ ਰਗੜ ਕੇ ਪੱਥਰ ਦੇ ਉੱਤੇ ਲੋਹਾ ਤਾਂ ਖਤਮ ਹੁੰਦਾ ਗਿਆ। ਉਹ ਇੰਨੀ ਸਾਰੀ ਸੂਈ ਜੀ ਰਹਿ ਗਈ, ਉਹ ਸੂਈ ਜੀ ਰਹਿ ਗਈ ਛੋਟੀ ਜੀ, ਤੇ ਉਹ ਹੱਥੋਂ ਨਿਕਲ ਗਈ। ਹੱਥੋਂ ਨਿਕਲ ਗਈ, ਉਹ ਪੇਟ ਵਿੱਚ ਮੱਛੀ ਕੋਈ ਫਿਰਦੀ ਸੀ, ਮੂੰਹ 'ਚ ਲੰਘ ਗਈ, ਮੱਛੀ ਦੇ ਪੇਟ ਵਿੱਚ ਚਲੀ ਗਈ। ਉਹ ਮੱਛੀ ਦੂਜੇ ਦਿਨ ਹੀ ਸ਼ਿਕਾਰੀ ਨੇ, ਜਿਹੜੇ ਉਹ ਜਾਲ ਪਾਉਂਦੇ ਆ, ਉਹਨਾਂ ਨੇ ਫੜ ਲਈ। ਉਹਦਾ ਨਾਂ ਸੀ ਫੰਦਕ। ਫੰਦਕ ਸ਼ਿਕਾਰੀ, ਬੱਦਕ ਵੀ ਲਿਖਿਆ ਬਾਣੀ 'ਚ। ਉਹ ਬੱਦਕ ਨੇ ਫੜ ਲਈ ਮੱਛੀ। ਮੱਛੀ ਜਦੋਂ ਪੇਟ ਪਾੜ ਕੇ, ਉਹਨੇ ਮੱਛੀ ਤਾਂ ਖਾਣੀ ਸੀਗੀ, ਮੱਛੀ ਖਾ ਲਈ, ਉਹਦੇ ਪੇਟ 'ਚੋਂ ਜਿਹੜੀ ਉਹ ਨਿਕਲੀ, ਉਹਨੇ ਆਖਿਆ ਵੀ ਇਹ ਫੱਜਰ ਜੀ ਕੀ ਕਰਨੀ ਹੈ, ਇਹਦਾ ਤੀਰ ਬਣਾ ਲੈਂਦੇ। ਬੜੀ ਸਾਫ਼ ਤਿੱਖੀ ਕੀਤੀ ਹੋਈ ਸੀ ਉਹਨੇ ਆਪਣੇ ਤੀਰ ਦੇ ਅੱਗੇ ਲਾ ਲਈ। ਉਹ ਤੀਰ ਤਿਆਰ ਕਰਕੇ ਉਹਨੇ ਆਪਣੇ ਪੱਥੇ 'ਚ ਪਾ ਲਿਆ। ਇੱਧਰ ਇਹ ਜਿਹੜੇ ਜਾਦਵ ਸੀਗੇ, ਇਹ ਸ਼ਰਾਬ ਸ਼ਰੂਬ ਪੀ ਕੇ ਨਾ, ਤੇ ਉਹ ਨਦੀ ਦੇ ਕੰਢੇ ਤੇ ਹੀ ਉੱਥੇ ਸ਼ਸਤਰ ਵਸਤਰ ਪਹਿਨੇ ਹੋਏ, ਸ਼ਿਕਾਰ ਸ਼ਕੂਰ ਖੇਡਦੇ ਹੋਏ ਕੋਈ ਪ੍ਰੋਗਰਾਮ ਕਰਨ ਲੱਗ ਪਏ ਖਾਣ ਪੀਣ ਦਾ। ਸ਼ਰਾਬ ਪੀ ਕੇ ਸਾਰੇ ਆਪਸ 'ਚ ਲੜ ਪਏ, ਅੰਨੇ ਹੋ ਗਏ। ਸ਼ਰਾਬ ਦਾ ਨਸ਼ਾ ਇਹੋ ਜਿਹਾ ਬੁਰਾ, ਬੁੱਧੀ ਭ੍ਰਿਸ਼ਟੀ ਕਰ ਦਿੰਦਾ, ਪਤਾ ਹੀ ਨਹੀਂ ਰਹਿੰਦਾ ਆਪਣੇ ਬਗਾਨੇ ਦਾ। ਤਲਵਾਰਾਂ ਚੱਲ ਗਈਆਂ, ਸਾਰੇ ਆਪਸ 'ਚ ਵੱਢ ਕੇ, ਭਰਾਵਾਂ ਨੇ ਮਾਰਤਾ, ਪੁੱਤਾਂ ਨੂੰ ਪਿਓਾਂ ਨੇ ਮਾਰਤਾ, ਚਾਚੇ ਭਤੀਜੇ ਸਾਰੇ ਜਾਦਵ ਮਰ ਗਏ। ਜਦੋਂ ਜਾਦਵਾਂ ਦੇ ਮਰਨ ਦੀ ਖਬਰ ਆਈ ਕ੍ਰਿਸ਼ਨ ਜੀ ਨੂੰ, ਸਾਰਾ ਕੁਝ ਉਜੜ ਗਿਆ। ਕ੍ਰਿਸ਼ਨ ਜੀ ਮਹਾਰਾਜ ਬੜੇ ਉਦਾਸ। ਅਗਰ ਪਰਿਵਾਰ ਮਰ ਜਾਵੇ, ਪੁੱਤਰ ਪੋਤੇ ਮਰ ਜਾਣ, ਤੇ ਬੰਦਾ ਦੁਖੀ ਤਾਂ ਹੁੰਦਾ ਹੀ ਹੈ। ਉਹ ਲੀਲਾ ਸੀ ਨਾਲੇ ਭਗਵਾਨ ਦੀ। ਭਗਵਾਨ ਕ੍ਰਿਸ਼ਨ ਜੀ ਉਸ ਉਦਾਸੀ ਵਿੱਚ ਜਾ ਕੇ ਰਾਜ ਭਾਗ ਛੱਡ ਕੇ, ਪ੍ਰਭਾਸ ਖੇਤਰ ਹੈ, ਇੱਕ ਤੀਰਥ ਹੈ, ਉਸ ਪ੍ਰਭਾਸ ਖੇਤਰ ਦੇ ਵਿੱਚ ਜਾ ਕੇ ਜੰਗਲ 'ਚ ਇੱਕ ਦਰਖਤ ਥੱਲੇ ਲੰਮੇ ਪੈ ਗਏ। ਉਦਾਸੀ ਵਿੱਚ ਜਿਵੇਂ ਬੰਦਾ ਪੈਂਦਾ ਨਾ, ਮਹਾਰਾਜ ਜੀ ਆਪਣੇ ਚਰਨਾਂ ਦਾ ਸੱਜਾ ਪੈਰ ਸੀਗਾ, ਉਹ ਖੱਬੇ ਗੋਡੇ 'ਤੇ ਰੱਖ ਕੇ ਪਏ ਆ, ਤੇ ਚਰਨਾਂ ਦੇ ਵਿੱਚ ਸੀਗਾ ਉਹ ਪਦਮ ਸੀਗਾ। ਉਹ ਚਮਕ ਮਾਰਦਾ ਸੀ, ਦੂਰੋਂ ਲਿਸ਼ਕਦਾ ਸੀਗਾ। ਤੇ ਉਧਰੋਂ ਉਹੀ ਜਿਹੜਾ ਸ਼ਿਕਾਰੀ, ਜਿਹਦੇ ਕੋਲ ਉਹ ਫੱਚਰ ਦਾ ਬਣਿਆ ਤੀਰ ਸੀਗਾ, ਉਹ ਲੈ ਕੇ ਆ ਗਿਆ। ਤੇ ਉਹਨੇ ਕਹਿੰਦੇ ਬਈ, ਉਹ ਵੇਖਿਆ ਦੂਰੋਂ ਵੀ, ਉਹਨੇ ਸਮਝਿਆ ਵੀ ਕਾਲਾ ਹਿਰਨ ਸੁੱਤਾ ਪਿਆ। ਕ੍ਰਿਸ਼ਨ ਜੀ ਦਾ ਰੰਗ ਕਾਲਾ ਸੀ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਵਾਂਗੀ ਤਾਰੇ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਕਥਾ ਲਿਖੀ ਹੈ ਕਿ ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪਾਏ ਪਸਾਰੇ। ਭਗਵਾਨ ਜੀ ਗੋਡੇ ਤੇ ਪੈਰ ਧਰ ਕੇ ਸੁੱਤੇ ਨੇ, ਤੇ ਬੱਦਕ ਆਇਆ ਭਾਲਦਾ, ਮਿਰਗਿਆ ਜਾਣ ਬਾਣ ਲੈ ਮਾਰ। ਸ਼ਿਕਾਰੀ ਉਹ ਤੀਰ ਲੈ ਕੇ ਸ਼ਿਕਾਰ ਲੱਭਦਾ ਆਇਆ, ਉਹਨੇ ਸਮਝਿਆ ਹਿਰਨ ਸੁੱਤਾ, ਨੇ ਤੀਰ ਚਲਾ। ਚਰਨਾਂ ਦੇ ਵਿੱਚ ਤੀਰ ਵੱਜਾ ਭਗਵਾਨ ਜੀ ਦੇ ਚਰਨਾਂ 'ਚ। ਤੀਰ ਚੀਰਦਾ ਹੋਇਆ ਹੱਡੀ ਨੂੰ ਚੀਰ ਕੇ ਗੋਡੇ ਥਾਣੀ ਪਾਰ ਲੰਘ ਗਿਆ। ਸਾਰੀ ਲੱਤ ਜਿਹੜੀ ਹੈ ਖੂਨ ਨਾਲ ਲੱਥ-ਪੱਥ, ਤੇ ਜਦੋਂ ਏਦਾਂ ਪਰਸੇਟੇ ਮਾਰਦੇ, ਭੀੜ ਬੜੀ ਹੁੰਦੀ।
ਕ੍ਰਿਸ਼ਨ ਜੀ ਦੇ ਪ੍ਰਾਣ ਨਿਕਲ ਰਹੇ ਹੈ। ਤੇ ਉਹਨੇ ਨੂੰ ਉਹ ਸ਼ਿਕਾਰੀ ਉੱਥੇ ਪਹੁੰਚ ਗਿਆ। ਉਹਨੇ ਜਾ ਕੇ ਦੇਖਿਆ, ਕਹਿਣ ਲੱਗਾ ਮੇਰੇ ਤੋਂ ਬੜਾ ਪਾਪ ਹੋ ਗਿਆ, ਰੋਣ ਲੱਗ ਪਿਆ ਧਾਹਾਂ ਮਾਰ ਕੇ, ਮਹਾਰਾਜ ਤੁਸੀਂ ਸੁੱਤੇ ਸੀ, ਮੈਂ ਤਾਂ ਹਿਰਨ ਸਮਝ ਕੇ ਮਾਰਿਆ ਸੀ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਤੇਰਾ ਮੇਰਾ ਲੇਖਾ ਸੀ, ਪਿਛਲੇ ਜਨਮ 'ਚ ਤੂੰ ਬਾਲੀ ਸੀ, ਮੈਂ ਰਾਮ ਸੀ, ਮੈਂ ਤੈਨੂੰ ਲੁੱਕ ਕੇ ਤੀਰ ਮਾਰਿਆ ਸੀ, ਅੱਜ ਤੂੰ ਤੀਰ ਮਾਰ ਕੇ ਬਦਲਾ ਲੈ ਲਿਆ, ਕੰਮ ਆਪਣਾ ਨਿਬੜ ਗਿਆ, ਹੁਣ ਮੇਰਾ ਸੱਚਖੰਡ ਜਾਣ ਦਾ ਸਮਾਂ, ਇਹ ਸਰੀਰ ਮੈਂ ਤਿਆਗਣਾ ਹੀ ਸੀਗਾ। ਮਹਾਰਾਜ ਕ੍ਰਿਸ਼ਨ ਜੀ ਦਾ ਇਸ ਤਰ੍ਹਾਂ ਅੰਤ ਹੋਇਆ ਸੀਗਾ ਉਸ ਤੀਰ ਦੇ ਨਾਲ। ਤਾਂ ਭਗਵਾਨ ਜੀ ਪਹਿਲਾਂ ਹੀ ਦੱਸ ਰਹੇ ਨੇ ਬਲਰਾਮ ਨੂੰ, ਕਹਿੰਦੇ ਇਹਨਾਂ ਦਾ ਹੰਕਾਰ ਖੜਗ ਸਿੰਘ ਨੇ ਤੋੜਿਆ ਤਾਂ ਬਹੁਤ ਹੈ, ਪਰ ਪੂਰਾ ਨਹੀਂ ਟੁੱਟਾ। ਕਹਿੰਦੇ ਹੁਣ ਇਹ ਟੁੱਟੇਗਾ ਉਦੋਂ ਜਦੋਂ ਇਹ ਦੁਰਵਾਸਾ ਰਿਸ਼ੀ ਉਹਨਾਂ ਨੂੰ ਸ਼ਰਾਬ ਦੇਵੇਗਾ, ਫਿਰ ਇਹ ਸ਼ਰਾਬ ਪੀ ਕੇ ਆਪਸ ਚ ਲੜਨਗੇ, ਮਰਨਗੇ, ਤੇ ਮੇਰੀ ਵੀ ਮੌਤ ਉਹਦੇ ਨਾਲ ਹੋਵੇਗੀ, ਫਿਰ ਇਹਨਾਂ ਦਾ ਹੰਕਾਰ ਟੁੱਟੇਗਾ। ਹਾਂਜੀ, ਦੋਹਰਾ ਪੁਨ ਬੋਲਿਓ ਸ਼੍ਰੀ ਕ੍ਰਿਸ਼ਨ ਜੀ। ਫਿਰ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਬੋਲੇ, ਪੰਕਜ ਨਯਨ ਵਿਸ਼ਾਲ, ਜਿਨ੍ਹਾਂ ਦੀਆਂ ਕਮਲ ਵਰਗੀਆਂ ਸੋਹਣੀਆਂ ਅੱਖਾਂ ਸਨ, ਹੇ ਮੁਸਲੀ ਧਰ ਬੁੱਧ ਭਰ, ਹੇ ਭਰਾ ਬਲਰਾਮ ਜੀ, ਹੇ ਮੁਸਲੀ ਧਰ ਸ੍ਰੇਸ਼ਟ ਬੁੱਧੀ ਵਾਲੇ, ਸੁਨ ਅਵ ਕਥਾ ਰਸਾਲ, ਸੋਹਣੀ ਕਥਾ ਰਸ ਵਾਲੀ ਸੁਣਨਾ ਕਰੋ। ਚੌਪਈ ਸੁਣਦਾ ਸ਼੍ਰਵਣ ਬਾਤ ਕਹੋ ਤੋ ਸੋ, ਹੇ ਭਰਾ ਜੀ ਸੁਣੋ, ਕੰਨ ਦੇ ਕੇ ਤੁਹਾਨੂੰ ਮੈਂ ਗੱਲ ਦੱਸਦਾ ਹਾਂ। ਇਹਦੀ ਕਵਣ ਜੁੱਧ ਕਰ ਜੀਤਾ ਮੋਸੋਂ। ਇੱਕ ਹੋਰ ਗੱਲ ਵੀ ਹੈ, ਦੇਖੋ ਕਿੰਨੇ ਵਿਊ ਤੋਂ, ਕਿੰਨੇ ਐਂਗਲਾਂ ਤੋਂ ਗੱਲ ਸਮਝਾ ਰਹੇ ਸਾਰੇ। ਹੁਣ ਕਹਿੰਦੇ ਵੀ ਗੱਲ ਇਹ ਸੀ ਵੀ ਕਵਣ ਜੁੱਧ ਕਰ ਜੀਤਾ ਮੋਸੋਂ, ਮੇਰੇ ਨਾਲ ਜੰਗ ਕਰਕੇ ਜਿੱਤ ਕਿਹੜਾ ਸਕਦਾ ਸੀ। ਹਾਂਜੀ, ਖੜਗ ਸਿੰਘ ਮੋਹ ਅੰਤਰ ਨਾਹੀ, ਅਸਲ 'ਚ ਖੜਗ ਸਿੰਘ ਮੈਂ ਹੀ ਸੀਗਾ। ਖੜਗ ਸਿੰਘ ਤੇ ਮੇਰੇ 'ਚ ਕੋਈ ਫਰਕ ਨਹੀਂ ਸੀ, ਉਹ ਮੈਂ ਹੀ ਪੈਦਾ ਕੀਤਾ ਸੀ ਆਪਣੀ ਮਾਇਆ ਨਾਲ। ਹਾਂਜੀ, ਮੋਹ ਸਰੂਪ ਵਰਤਤ ਜਗ ਮਾਹੀ, ਅਸਲ ਵਿੱਚ ਖੜਗ ਸਿੰਘ ਮੇਰਾ ਹੀ ਸਰੂਪ ਸੰਸਾਰ 'ਚ ਪ੍ਰਤੱਖ ਵਰਤ ਰਿਹਾ ਸੀਗਾ। ਸਾਚ ਕਹਿਓ ਹੈ ਹੇ ਬਲਦੇਵਾ, ਹੇ ਬਲਦੇਵ, ਹੇ ਭਰਾ ਜੀ ਮੈਂ ਤੁਹਾਨੂੰ ਸੱਚ ਕਹਿਣਾ। ਹਾਂਜੀ, ਪਾਇਓ ਨਹਿਨ ਕਿਸੂ ਇਹ ਭੇਵਾ, ਇਹ ਭੇਦ ਨਹੀਂ ਕਿਸੇ ਨੂੰ ਆਇਆ, ਤੁਸੀਂ ਪੁੱਛਿਆ ਤਾਂ ਤੁਹਾਨੂੰ ਮੈਂ ਦੱਸ ਰਿਹਾ। ਅਸਲ 'ਚ ਖੜਗ ਸਿੰਘ ਤੇ ਮੈਂ ਇੱਕੋ ਹੀ ਹਾਂ, ਦੋ ਨਹੀਂ ਹਾਂ। ਹਾਂਜੀ, ਸੂਰਨ ਮੈਂ ਕੋ ਇਹ ਸਭ ਨਾਹੀ, ਸੂਰਮਿਆਂ ਜਿਹਦੇ ਵਰਗਾ ਕੋਈ ਸੂਰਮਾ ਨਹੀਂ, ਮੇਰੋ ਨਾਮ ਬਸੈ ਦਮਾਹੀ, ਕਿਉਂਕਿ ਇਹਦੇ ਹਿਰਦੇ 'ਚ ਮੇਰਾ ਨਾਮ ਵਸਦਾ ਸੀ। ਇਹ ਸਵਾਸ ਸਵਾਸ ਮੇਰਾ ਨਾਮ ਜਪਣ ਵਾਲਾ ਮੇਰਾ ਭਗਤ ਸੀ, ਔਰ ਭਗਤ ਨਹੀਂ ਕੱਲਾ ਗਿਆਨੀ ਵੀ ਸੀ, ਆਤਮ ਗਿਆਨੀ, ਬ੍ਰਹਮ ਗਿਆਨੀ ਸੀ। ਹਾਂਜੀ, ਦੋਹਰਾ ਉਦਰ ਮਾਝ ਬਸ ਮਾਸ 10, ਇਸ ਨੇ ਆਪਣੀ ਮਾਂ ਦੇ ਪੇਟ 'ਚ 10 ਮਹੀਨੇ ਜੋ ਕੱਟੇ ਹਨ। ਤਾਜ ਭੋਜਨ ਜਲ ਪਾਨ, ਇਹਨੇ ਮਾਂ ਦੇ ਪੇਟ ਵਿੱਚ ਜਲ ਵੀ ਨਹੀਂ ਛਕਿਆ, ਭੋਜਨ ਵੀ ਨਹੀਂ ਛਕਿਆ, ਭਾਵ ਜਿਹੜਾ ਮਾਤਾ ਦਾ ਅੰਨ ਆਉਂਦਾ ਨਾ ਉਹਦਾ ਵੀ ਇਹਨੇ ਗ੍ਰਹਿਣ ਘੱਟ ਕੀਤਾ, ਤੇ ਉੱਥੇ ਵੀ ਵਰਤ ਰੱਖਿਆ ਤੇ ਤਪ ਕੀਤਾ ਹੈ। ਪਵਨ ਆਹਾਰੀ ਹੋਏ ਰਹਿਓ, ਕੇਵਲ ਹਵਾ ਦੇ ਆਸਰੇ ਜੀਂਦਾ ਰਿਹਾ, ਪੌਣਹਾਰੀ ਹੋ ਕੇ। ਬਰ ਦੀਨੋ ਭਗਵਾਨ, ਇਹਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਨੇ ਵਰ ਦਿੱਤਾ ਹੈ। ਦੋਹਰਾ ਰਿਪ ਜੀਤਨ ਕੋ ਬਰ ਲਿਓ, ਕਹਿੰਦੇ ਵੈਰੀਆਂ ਨੂੰ ਜਿੱਤਣ ਦਾ ਵਰ ਲਿਆ ਇਸਨੇ। ਖੜਗ ਸਿੰਘ ਬਲਵਾਨ, ਖੜਗ ਸਿੰਘ ਬਲਵਾਨ ਨੇ ਤਪ ਕਰਕੇ ਸ਼ਕਤੀ ਪ੍ਰਾਪਤ ਕੀਤੀ। ਬਹੁਤ ਤਪੱਸਿਆ ਬਨ ਕਰੀ, ਜਨਮ ਤੋਂ ਬਾਅਦ ਇਹ ਜੰਗਲ ਵਿੱਚ ਤਪੱਸਿਆ ਕਰਨ ਚਲਾ ਗਿਆ। 12 ਬਰਖ ਪ੍ਰਮਾਨ, 12 ਸਾਲ ਇਹਨੇ ਜੰਗਲ 'ਚ ਤਪ ਕੀਤਾ। ਲੋ ਪਈ ਬੀਤੀ ਕਥਾ ਭਇਓ ਤਬ ਭੋਰ, ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਕ੍ਰਿਸ਼ਨ ਜੀ ਨੇ ਕਥਾ ਸੁਣਾਈ। ਉਹ ਕਥਾ ਸੰਪੂਰਨ ਹੋ ਗਈ ਤੇ ਸਵੇਰ ਹੋ ਗਈ। ਜਾਗੇ ਸੁਭਾਟ ਦੁਹੂ ਦਿਸ ਔਰ, ਦੋਹਾਂ ਪਾਸਿਆਂ ਦੇ ਯੋਧੇ ਜਾਗ ਪਏ। ਜਰਾ ਸਿੰਧ ਦਲ ਸਜਰਨ ਆਇਓ, ਉਧਰੋਂ ਫਿਰ ਜਰਾਸੰਧ ਫੌਜਾਂ ਲੈ ਕੇ ਜੰਗ ਕਰਨ ਨੂੰ ਫਿਰ ਆ ਗਿਆ। ਜਾਦਵ ਦਲ ਬਲ ਲੈ ਸਮਹਾਇਓ, ਇਧਰ ਕ੍ਰਿਸ਼ਨ ਦੀ ਜਾਦਵਾਂ ਦੀ ਫੌਜ ਲੈ ਕੇ ਫਿਰ ਉਹਦੇ ਸਾਹਮਣੇ ਹੋਏ ਨੇ। ਇਹ ਕਥਾ ਹੁਣ ਅੱਗੇ ਚੱਲੇਗੀ। ਸੋ ਇੱਥੇ ਹੀ ਇਸ ਪ੍ਰਕਰਣ ਨੂੰ ਸਮਾਪਤ ਕਰੀਏ। ਖੜਗ ਸਿੰਘ ਦਾ ਪ੍ਰਕਰਣ ਸਮਾਪਤ ਹੈ। ਬਾਕੀ ਕਥਾ ਜਿਹੜੀ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਜੀ ਅੱਗੇ ਲਿਖਣਗੇ ਉਹ ਫਿਰ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਤਿਗੁਰੂ ਇਸੇ ਤਰ੍ਹਾਂ ਹੀ ਭਾਵਨਾ ਬਣਾਈ ਰੱਖਣ। ਗੁਰੂ ਕੀ ਬਾਣੀ ਨਾਲ ਜੁੜੇ ਰਹੀਏ ਜੀ। ਚੌਪਈ ਬੀਤੀ ਕਥਾ ਭਇਓ ਤਬ ਭੋਰ, ਜਾਗੇ ਸੁਭਾਟ ਦੁਹੂ ਦਿਸ ਔਰ, ਜਰਾ ਸਿੰਧ ਦਲ ਸਾਜਰਨ ਆਇਓ, ਜਾਦਵ ਦਲ ਬਲ ਲੈ ਸਮਹਾਇਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ